ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਪੰਜਾਬ ਚਰਚਾ ਦੇ ਵਿੱਚ ਤੁਹਾਡਾ ਸਵਾਗਤ। ਬਜਟ ਆ ਗਿਆ ਜੀ। ਭਾਰਤ ਦਾ ਬਜਟ ਪਾਸ ਹੋ ਗਿਆ ਹੈ। ਸੈਂਟਰ ਗਵਰਨਮੈਂਟ ਵੱਲੋਂ ਸਾਡੇ ਫਾਈਨਾਂਸ ਮਿਨਿਸਟਰ ਨੇ ਬਜਟ ਦਿੱਤਾ ਤੇ ਸਾਰੇ ਲੋਕਾਂ ਦੀ ਨਜ਼ਰਾਂ ਲੱਗੀਆਂ ਹੋਈਆਂ ਨੇ ਕਿ ਇਹ ਬਜਟ ਕੀ ਕਮਾਲ ਲੈ ਕੇ ਆਏਗਾ। ਮੋਦੀ ਸਾਹਿਬ ਨੇ ਕੁਝ ਦਿਨ ਪਹਿਲਾਂ ਕਿਹਾ ਸੀਗਾ ਕਿ ਸਾਡਾ ਭਾਰਤ ਦਾ ਜਿਹੜਾ ਇਹ ਬਜਟ ਹੈ ਉਹ ਪੂਰੀ ਦੁਨੀਆ ਦੇ ਵਾਸਤੇ ਬਹੁਤ ਫਾਇਦੇਮੰਦ ਸਾਬਿਤ ਹੋਏਗਾ। ਹੁਣ ਇਹ ਕਿੱਦਾਂ ਫਾਇਦੇਮੰਦ ਸਾਬਿਤ ਹੋਏਗਾ ਪੂਰੀ ਦੁਨੀਆ ਵਾਸਤੇ ਭਾਰਤ ਦਾ ਬਜਟ, ਇਸ ਬਾਰੇ ਆਪਾਂ ਗੱਲਬਾਤ ਕਰਨੀ ਹੈ ਕਿਉਂਕਿ ਇਹ ਆਖਰੀ ਬਜਟ ਹੈ ਇਸ ਵਕਤ ਜੋ ਇਹ ਮੌਜੂਦਾ ਸਰਕਾਰ ਆਖਰੀ ਸਾਲ ਦੇ ਵਿੱਚ ਐਂਟਰ ਕਰ ਗਈ, ਕਿਉਂਕਿ ਸਨ 2024 ਦੇ ਵਿੱਚ ਮੁੜ ਤੋਂ ਲੋਕ ਸਭਾ ਇਲੈਕਸ਼ਨਸ ਹੋਣੀਆਂ ਨੇ ਸੈਂਟਰ ਗਵਰਨਮੈਂਟ ਦੀਆਂ। ਫਿਰ ਨਵੀਂ ਪਾਰਟੀ ਨੇ ਨਵੀਂ ਵਜ਼ਾਰਤ ਕਾਇਮ ਕਰਨੀ ਹੈ, ਉਹ ਆਪਣਾ ਨਵਾਂ ਬਜਟ ਦੇਗੀ। ਇਹ ਆਖਰੀ ਬਜਟ ਹੈ ਇਹਨਾਂ ਦੇ ਟਰਮ ਦਾ ਔਰ ਇਸ ਬਜਟ ਦੇ ਵਿੱਚ ਕੀ ਕਮਾਲ ਹੈ ਕਿ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਜਾਵੇ ਤਾਂ ਕਿ 2024 ਦੇ ਵਿੱਚ ਵੀ ਇਲੈਕਸ਼ਨਸ ਦੇ ਵਿੱਚ ਇਹ ਵੋਟਾਂ ਆਪਣੇ ਵੱਲ ਖਿੱਚ ਸਕਣ, ਲੋਕਾਂ ਦੀ ਸੋਚ ਨੂੰ ਆਪਣੇ ਵੱਲ ਖਿੱਚ ਸਕਣ। BJP ਦੀ ਪਾਰਟੀ ਦੇ ਸਾਰੇ ਸੀਨੀਅਰ ਆਗੂ ਇਸ ਸੋਚ ਦੇ ਨਾਲ ਇਹ ਬਜਟ ਲੈ ਕੇ ਆਏ ਨੇ। ਸੋ ਇਹ ਕਿਸ ਤਰ੍ਹਾਂ ਪੂਰੀ ਦੁਨੀਆ ਵਾਸਤੇ ਫਾਇਦੇਮੰਦ ਹੋ ਸਕਦਾ ਹੈ, ਇਸ ਦੇ ਦੂਰਗਾਮੀ ਰਿਜ਼ਲਟ ਕੀ ਹੋ ਸਕਦੇ ਨੇ, ਇਹ ਆਪਾਂ ਦੇਖਾਂਗੇ ਕਿਉਂਕਿ ਹਮੇਸ਼ਾ ਬਜਟ ਨੂੰ ਕਿਹਾ ਜਾਂਦਾ ਹੈ ਕਿ ਇਹ ਇੱਕ ਲੌਂਗ ਟਰਮ ਯੋਜਨਾ ਹੁੰਦੀ ਹੈ। ਅੱਜ ਇਨਵੈਸਟ ਕੀਤਾ ਕੱਲ ਰਿਜ਼ਲਟ ਆ ਜਾਵੇ, ਇਸ ਤਰ੍ਹਾਂ ਨਹੀਂ ਹੋਏਗਾ। ਇੱਕ ਲੌਂਗ ਟਰਮ ਹੁੰਦਾ ਹੈ ਕਿ ਇਹਦਾ ਟਾਈਮ ਪਾ ਕੇ ਇਹਦੇ ਰਿਜ਼ਲਟਸ ਆਉਂਦੇ ਨੇ, ਕਿਉਂਕਿ ਕੁਝ ਯੋਜਨਾਵਾਂ ਹੁੰਦੀਆਂ ਨੇ ਸ਼ਾਰਟ ਟਰਮ, ਕੁਝ ਹੁੰਦੀਆਂ ਨੇ ਲੌਂਗ ਟਰਮ। ਇਹਦੀਆਂ ਮੋਸਟਲੀ ਲੌਂਗ ਟਰਮ ਹੁੰਦੀਆਂ ਨੇ ਕਿਉਂਕਿ ਇੱਕ ਬਜਟ ਹੈ, ਆਉਣ ਵਾਲੇ ਸਾਲਾਂ ਦੇ ਉੱਤੇ ਵੀ ਇਹਦਾ ਅਸਰ ਪੈਣਾ ਹੈ। ਕਿਉਂਕਿ ਜਦੋਂ ਆਜ਼ਾਦੀ ਮਿਲੀ ਉਦੋਂ ਤੋਂ ਜਿਹੜੇ ਬਜਟ ਬਣਨੇ ਸ਼ੁਰੂ ਹੋਏ, ਨੈਕਸਟ ਬਜਟ ਦੇ ਉੱਤੇ ਪਿਛਲੇ ਬਜਟ ਦਾ ਅਸਰ ਹਮੇਸ਼ਾ ਵੇਖਣ ਨੂੰ ਮਿਲਦਾ ਹੈ। ਔਰ ਅੱਜ ਜੋ ਬਜਟ ਆਇਆ ਹੈ ਸਨ 2024 ਦੀਆਂ ਇਲੈਕਸ਼ਨਸ ਤੋਂ ਪਹਿਲਾਂ ਸਨ 2023 ਦੇ ਵਿੱਚ ਪਹਿਲਾ ਆਖਰੀ ਬਜਟ, ਤਾਂ ਇਹਦੇ ਉੱਤੇ ਵੀ ਪੁਰਾਣੀਆਂ ਸਾਰੀਆਂ ਬਜਟਸ ਦੀਆਂ ਜਿਹੜੀਆਂ ਪ੍ਰਤੀਕਿਰਿਆਵਾਂ ਨੇ ਉਹਦਾ ਅਸਰ ਹੋਣਾ ਲਾਜ਼ਮੀ ਹੈ। ਸੋ ਬਜਟ ਕੀ ਕਹਿੰਦਾ ਹੈ ਇਸ ਬਾਰੇ ਦੱਸਣਗੇ ਸਾਡੇ ਜੋ ਐਕਸਪਰਟ ਨੇ, ਫਾਈਨੈਂਸ਼ੀਅਲ ਐਕਸਪਰਟ ਕਹਿ ਲਓ, ਇਕਨੋਮਿਕ ਐਕਸਪਰਟ ਕਹਿ ਲਓ, ਡਾਕਟਰ ਰਾਜੀਵ ਖੋਸਲਾ। ਤੁਸੀਂ ਉਹਨਾਂ ਨਾਲ ਵਾਕਿਫ ਹੋ। ਰਾਜੀਵ ਜੀ, ਸਵਾਗਤ ਕਰਦੇ ਆ ਪੰਜਾਬ ਚਰਚਾ ਦੇ ਵਿੱਚ। ਮਿਹਰਬਾਨੀ ਜੀ ਖੰਨਾ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਸੋ ਰਾਜੀਵ ਜੀ, ਨੀਂਦ ਉੱਡੀ ਇਹ ਬਜਟ ਪੜ੍ਹ ਕੇ, ਇਸ ਬਜਟ ਬਾਰੇ ਜਾਣ ਕੇ ਕਿ ਨੀਂਦ ਆ ਗਈ ਇਹ ਬਜਟ ਬਾਰੇ ਜਾਣ ਕੇ, ਇਹ ਬਜਟ ਪੜ੍ਹ ਕੇ ਕੀ ਫਰਕ ਮਹਿਸੂਸ ਹੋਇਆ ਬਾਕੀ ਬਜਟਸ ਨਾਲੋਂ? ਇਸ ਬਜਟ ਦੇ ਵਿੱਚ ਕੋਈ ਕ੍ਰਾਂਤੀਕਾਰੀ ਕਦਮ ਚੁੱਕਿਆ? ਖੰਨਾ ਸਾਹਿਬ, ਇਹ ਨਾ ਆਲਮੋਸਟ ਐਕਸਪੈਕਟਡ ਸੀਗਾ। ਇਹ ਬਜਟ ਜਿਹੜਾ ਹੈ ਇਹ ਕੋਈ ਇਦਾਂ ਨਹੀਂ ਸੀਗਾ ਵੀ ਇਹ ਜੇ ਘੋਸ਼ਣਾਵਾਂ ਹੋਣਗੀਆਂ ਜਾਂ ਨਹੀਂ ਹੋਣਗੀਆਂ ਬਜਟ ਦੇ ਵਿੱਚ, ਕੋਈ ਇਦਾਂ ਮਿਰੈਕੁਲਸ ਜਿਹੜੇ ਕੋਈ ਅਨਾਉਂਸਮੈਂਟਸ ਨੇ ਉਹ ਨਹੀਂ ਹੋ ਸਕਦੀਆਂ ਸੀ, ਉਹ ਐਕਸਪੈਕਟਡ ਸੀਗਾ। ਦੇਖੋ, ਜੇ ਆਪਾਂ ਪਿਛਲੇ 3-4-6 ਮਹੀਨੇ ਦੇ ਅਸੀਂ ਘਟਨਾਕ੍ਰਮ ਵੱਲ ਨੂੰ ਦੇਖਦੇ ਹਾਂ ਤਾਂ ਖੰਨਾ ਸਾਹਿਬ ਦੇਖੋ ਵੀ IMF, ਵਰਲਡ ਬੈਂਕ, ਇਹਨਾਂ ਨੇ ਆਪਣੇ ਜਿਹੜੇ ਵੀ ਐਸਟੀਮੇਟਸ ਨੇ ਸੰਸਾਰਕ ਗਰੋਥ ਨੂੰ ਲੈ ਕੇ ਵੀ ਵਿਸ਼ਵ ਵਿਆਪੀ ਕਿੰਨੀ ਕੁ ਗਰੋਥ ਹੋਏਗੀ ਉਹ ਘਟਾਤੇ ਸੀ। ਵੀ ਵਿਸ਼ਵ ਦੇ ਵਿੱਚ ਗਰੋਥ ਘਟੇਗੀ। ਉਸੇ ਲਾਈਨ ਦੇ ਉੱਤੇ ਜਿਹੜੀ ਹਿੰਦੁਸਤਾਨ ਦੀ ਗਰੋਥ ਹੈ ਉਹਦੇ ਬਾਰੇ ਵੀ ਇਹਨਾਂ ਨੇ ਬੜਾ ਕਲੀਅਰ ਆਪਣੀ ਪ੍ਰਤੀਕਿਰਿਆ ਦਿੱਤੀ ਸੀਗੀ ਕਿ ਹਿੰਦੁਸਤਾਨ ਦੇ ਵਿੱਚ ਵੀ ਗਰੋਥ ਘਟੇਗੀ। ਉਸ ਤੋਂ ਬਾਅਦ ਇਕਨੋਮਿਕ ਸਰਵੇ ਆਇਆ ਇੱਕ ਦਿਨ ਪਹਿਲਾਂ 31 ਤਰੀਕ ਨੂੰ, ਜਿਹੜਾ ਆਰਥਿਕ ਸਰਵੇਖਣ ਆਇਆ। ਉਸ ਆਰਥਿਕ ਸਰਵੇਖਣ ਦੇ ਵਿੱਚ ਵੀ ਉੱਥੋਂ ਬੜਾ ਕਲੀਅਰ ਨੂੰ ਪਤਾ ਲੱਗ ਗਿਆ ਸੀਗਾ ਕਿ ਜਿਹੜਾ ਚੜ ਰਿਹਾ ਸਾਲ ਹੈ 1 ਅਪ੍ਰੈਲ 2023 ਤੋਂ, ਉਹਦੇ ਵਿੱਚ ਸਾਡੀ ਗਰੋਥ ਜਿਹੜੀ ਹੈ GDP ਕੀ ਹੈ? ਪੈਦਾਵਾਰ, ਸਾਡੀ ਆਮਦਨ, ਤੁਹਾਡੀ ਔਰ ਮੇਰੀ ਆਮਦਨ, ਸਾਰੇ ਲੋਕਾਂ ਦੀ ਜਿਹੜੀ ਆਮਦਨ, ਉਹ ਆਮਦਨ ਜਿਹੜੀ ਹੈ ਉਹ ਨਹੀਂ ਵਧੇਗੀ। ਉਹ 6% ਦੀ ਰਫ਼ਤਾਰ ਤੇ ਵਧੇਗੀ, ਘੱਟ ਵਧੇਗੀ, ਨਹੀਂ ਘੱਟ ਵਧੇਗੀ। ਤੇ ਇਹ ਪਿਛਲੇ ਸਾਲ ਨਾਲੋਂ ਵੀ ਘੱਟ ਰਹੇਗੀ। ਪਿਛਲੇ ਸਾਲ ਮੈਂ ਤੁਹਾਡੇ ਨੋਟਿਸ ਦੇ ਵਿੱਚ ਲਿਆ ਦਿੰਦਾ, ਸਾਰੇ ਦਰਸ਼ਕਾਂ ਦੇ ਨੋਟਿਸ ਦੇ ਵਿੱਚ ਲਿਆ ਦਿੰਦਾ ਵੀ ਪਿਛਲੇ ਸਾਲ ਜਿਹੜੀ ਬਜਟ ਦੇ ਵਿੱਚ ਜਿਹੜਾ ਬਜਟ ਆਇਆ ਸੀ ਉਸ ਵੇਲੇ 1 ਫਰਵਰੀ 2022 ਨੂੰ ਜਾਂ ਉਸ ਤੋਂ ਇੱਕ ਦਿਨ ਪਹਿਲਾਂ ਜਿਹੜਾ ਇਕਨੋਮਿਕ ਸਰਵੇ ਆਇਆ ਸੀ ਉਹਨੇ ਇਹ ਮਿੱਥਿਆ ਸੀ ਕਿ 8% ਜਿਹੜਾ ਵਿਕਾਸ ਦੀ ਦਰ ਰਹੇਗੀ ਹਿੰਦੁਸਤਾਨ ਦੇ ਵਿੱਚ, ਲੇਕਿਨ ਵਿਕਾਸ ਦੀ ਦਰ ਰਹੀ ਹੈ 7%, ਯਾਨੀ ਪਿਛਲੇ ਸਾਲ 1% ਘਟ ਗਈ ਸੀ। ਐਤਕੀ 6%, 6.5% ਮਿੱਥੀ ਗਈ ਹੈ। ਕਿੰਨੀ ਹੁੰਦੀ ਹੈ ਪਤਾ ਨਹੀਂ, ਪਰ ਜੇ ਇਹ ਡੈਫੀਨੇਟਲੀ 7 ਤੋਂ ਘੱਟ ਹੈ, ਜੇ ਹੁਣ ਇਹ 7 ਤੋਂ ਗਰੋਥ ਘੱਟ ਹੈ, ਇਹਦਾ ਮਤਲਬ ਵੀ ਸਰਕਾਰ ਨੂੰ ਜਦੋਂ
ਆਮਦਨ ਲੋਕਾਂ ਨੂੰ ਨਹੀਂ ਹੋ ਰਹੀ ਤਾਂ ਸਰਕਾਰ ਨੂੰ ਵੀ ਟੈਕਸ ਲਾ ਕੇ ਘੱਟ ਆਮਦਨ ਹੋਏਗੀ। ਜਦੋਂ ਟੈਕਸ ਲਾ ਕੇ ਘੱਟ ਆਮਦਨ ਹੋਏਗੀ, ਬਜਟ ਦੇ ਵਿੱਚ ਐਵੇਂ ਘੋਸ਼ਣਾਵਾਂ ਕਰਨਾ ਔਖਾ ਸੀਗਾ। ਸੋ ਇਹ ਉਹਨਾਂ ਲਾਈਨਸ ਦੇ ਉੱਤੇ ਨੀਂਦ ਤਾਂ ਉੱਠਦੀ ਜੇ ਕੋਈ ਘੋਸ਼ਣਾਵਾਂ ਹੋ ਜਾਂਦੀਆਂ, ਕੋਈ ਇਦਾਂ ਦੀ ਆਊਟ ਆਫ ਬਾਕਸ ਕੋਈ ਚੀਜ਼ ਚਲੇ ਜਾਂਦੀ, ਫਿਰ ਜ਼ਰੂਰ ਨੀਂਦ ਉੱਠਦੀ ਵੀ ਹੁਣੇ ਪੈਸਾ ਲੈ ਕੇ ਕਿੱਥੋਂ ਆਉਣਗੇ। ਲੇਕਿਨ ਇਹਨਾਂ ਕੋਲ ਨਾ ਤਾਂ ਪੈਸਾ ਆ ਰਿਹਾ, ਨਾ ਸਰਕਾਰ ਜ਼ਿਆਦਾ ਕਰਜ਼ੇ ਲੈ ਰਹੀ ਹੈ। ਖਰਚੇ ਵੀ ਬੜੇ ਆਪਣੇ ਟਿਕਾ ਕੇ ਕੀਤੇ ਹੋਏ ਨੇ ਸਰਕਾਰ ਨੇ। ਕੋਈ ਬਹੁਤ ਵੱਡੀਆਂ ਬਿਗ ਟਿਕਟ ਰਿਫਾਰਮਸ ਜਿਹੜੇ ਨੇ ਉਹ ਸਰਕਾਰ ਨਹੀਂ ਲੈ ਕੇ ਆਈ। ਓਕੇ, ਮਤਲਬ ਆਪਾਂ ਕਹਿ ਸਕਦੇ ਹਾਂ ਇਸ ਰੂਟੀਨ ਬਜਟ, ਨਥਿੰਗ ਰੈਵੋਲੂਸ਼ਨਰੀ, ਰਾਈਟ ਸਰ? ਬਿਲਕੁਲ, ਲੋਕਾਂ ਨੂੰ ਜ਼ਰੂਰ ਇਸ ਚੀਜ਼ ਦੇ ਬਾਰੇ ਲੱਗਦਾ ਸੀ ਖੰਨਾ ਸਾਹਿਬ ਵੀ 2024 ਦੇ ਵਿੱਚ ਚੋਣਾਂ ਹੈਗੀਆਂ ਨੇ, ਤਾਂ ਇਹ ਜਿਹੜਾ ਚੋਣਾਂ ਤੋਂ ਪਹਿਲਾਂ ਵਾਲਾ ਇਹ ਆਖਰੀ ਬਜਟ ਹੈ, ਤਾਂ ਬਹੁਤ ਸਾਰੀਆਂ ਘੋਸ਼ਣਾਵਾਂ ਹੋਣਗੀਆਂ, ਕਿਸਾਨਾਂ ਦੇ ਲਈ ਹੋਣਗੀਆਂ, ਆਮ ਜਨਤਾ ਦੇ ਲਈ ਹੋਣਗੀਆਂ, ਟੈਕਸਾਂ ਦੇ ਵਿੱਚ ਹੋਣਗੀਆਂ, ਵਪਾਰੀਆਂ ਦੇ ਲਈ ਹੋਣਗੀਆਂ, ਸਨਅਤੀ ਖੇਤਰ ਦੇ ਲਈ ਹੋਣਗੀਆਂ, ਮਹਿਲਾਵਾਂ ਦੇ ਲਈ ਹੋਣਗੀਆਂ, ਸਿੱਖਿਆ ਤੇ ਸਿਹਤ ਖੇਤਰ ਲਈ ਹੋਣਗੀਆਂ। ਪਰ ਉਦਾਂ ਦਾ ਸਾਨੂੰ ਇਹਦੇ 'ਚ ਕੁਝ ਨਹੀਂ ਨਜ਼ਰ ਆਇਆ। ਉਹ ਸਰਕਾਰ ਜਿਹੜੀ ਸੀ ਬਾਉਂਡ ਸੀ, ਕੰਸਟ੍ਰੇਂਟ ਸੀ ਪੈਸੇ ਨੂੰ ਲੈ ਕੇ, ਇਹਦੇ ਕਰਕੇ ਇਹ ਬਹੁਤੀਆਂ ਘੋਸ਼ਣਾਵਾਂ ਨਹੀਂ ਹੋਈਆਂ। ਜ਼ਿਆਦਾ ਜਿਹੜੀਆਂ ਘੋਸ਼ਣਾਵਾਂ ਅਸੀਂ ਅੱਗੇ ਗੱਲ ਕਰਦੇ ਹਾਂ, ਜ਼ਿਆਦਾ ਜਿਹੜੀਆਂ ਘੋਸ਼ਣਾਵਾਂ ਉਹਨਾਂ ਦੇ ਵਿੱਚ ਪੈਸਾ ਜਿਹੜਾ ਇੱਕ ਹੈਡ ਤੋਂ ਕੱਢ ਕੇ ਦੂਜੇ 'ਚ ਲੈ ਕੇ ਗਏ। ਓਕੇ, ਇਹਦਾ ਮਤਲਬ ਇਹ ਹੋਇਆ ਕਿ ਸਾਡੀ ਜੋ ਮਾਲੀ ਹਾਲਤ ਹੈ ਖਜ਼ਾਨੇ ਦੀ ਕਾਫੀ ਹਿੱਲੀ ਡੁੱਲੀ ਆ, ਕਾਫੀ ਕਮਜ਼ੋਰ ਆ, ਮਜ਼ਬੂਤ ਨਹੀਂ ਹੈ, ਕਿਉਂਕਿ ਸਾਡੇ ਕੋਲ ਇੰਨਾ ਪੈਸਾ ਨਹੀਂ ਕਿ ਨਵੀਆਂ ਚੀਜ਼ਾਂ ਦੀ ਅਸੀਂ ਘੋਸ਼ਣਾ ਕਰ ਸਕੀਏ, ਅਸੀਂ ਪੁਰਾਣੀਆਂ ਨੂੰ ਮੇਨਟੇਨ ਕਰ ਸਕੀਏ। ਹਜੇ ਇਹੀ ਕੋਸ਼ਿਸ਼ ਚੱਲਦੀ ਪਈ ਹੈ ਔਰ ਇਸ ਵਕਤ ਦੇਸ਼ ਦੀ ਅਰਥ ਵਿਵਸਥਾ ਜਿਹੜੀ ਹੈ ਹਿੱਲੀ ਹੋਈ ਹੈ। ਅਸੀਂ ਇਸ ਗੱਲ ਤੋਂ ਸਮਝ ਸਕਦੇ ਹਾਂ। ਇਹਦਾ ਮਤਲਬ ਇਹ ਕੋਈ ਦੂਰਗਾਮੀ ਸਿੱਟੇ ਲੈ ਕੇ ਨਹੀਂ ਆਏਗਾ, ਇਹ ਰਿਜ਼ਲਟ ਲੈ ਕੇ ਨਹੀਂ ਆਏਗਾ। ਇੱਕ ਆਮ ਬਜਟ ਵਾਕਨ ਇੱਕ ਸ਼ਾਰਟ ਟਰਮ ਪਲੈਨਿੰਗ ਹੈ। ਐਮ ਆਈ ਰਾਈਟ ਸਰ? ਬਿਲਕੁਲ ਠੀਕ ਹੈ ਜੀ। ਜੋ ਸਰਕਾਰ ਨੇ ਪੁਰਾਣੀਆਂ ਸਕੀਮਾਂ ਘੜੀਆਂ ਹੋਈਆਂ ਨੇ, ਸਰਕਾਰ ਨੇ ਉਹਨਾਂ ਦੇ ਵਿੱਚ ਹੀ ਵੰਡ ਕੀਤੀ ਹੈ, ਐਲੋਕੇਸ਼ਨ ਦਿੱਤੀ ਹੈ। ਹੋਰ ਕੋਈ ਨਵੀਂ ਘੋਸ਼ਣਾਵਾਂ ਆਪਾਂ ਦੇਖਦੇ ਸੀਗੇ ਪਹਿਲਾਂ, ਜੇ ਅਸੀਂ ਪਿਛਲੇ 5-6 ਸਾਲ ਦੇ ਦੇਖੀਏ, ਖਾਸ ਕਰਕੇ ਇਸ ਸਰਕਾਰ ਦੇ, ਕੋਈ ਨਾ ਕੋਈ ਨਵੀਂ ਵੱਡੀ ਘੋਸ਼ਣਾ ਹੁੰਦੀ ਸੀ। ਕਦੇ ਆਯੁਸ਼ਮਾਨ ਭਾਰਤ ਦੀ ਗੱਲ ਹੁੰਦੀ ਸੀ, ਕਿਤੇ PM ਕਿਸਾਨ ਦੀ ਗੱਲ ਹੁੰਦੀ ਸੀ, ਕਿਤੇ ਉਜਵਲਾ ਦੀ ਗੱਲ ਹੁੰਦੀ ਸੀ, ਕਿਤੇ ਜਿਹੜੇ ਆਵਾਸ PM ਆਵਾਸ ਦੀ ਗੱਲ ਹੁੰਦੀ ਸੀ। ਲੇਕਿਨ ਉਦਾਂ ਦਾ ਕੋਈ ਇਹਦੇ 'ਚ ਰਿਫਾਰਮਸ ਨਹੀਂ ਸਾਨੂੰ ਦੇਖਣ ਨੂੰ ਮਿਲੇ। ਓਕੇ, ਫਿਰ ਜੇ ਰਿਫਾਰਮਸ ਨਹੀਂ ਹੈ, ਕੁਝ ਨਵਾਂ ਨਹੀਂ ਹੈ, ਦਿਸ ਇਜ਼ ਓਨਲੀ ਓਲਡ ਵਾਈਨ ਇਨ ਨਿਊ ਬੋਟਲ ਜਿਹਨੂੰ ਆਪਾਂ ਕਹਿ ਸਕਦੇ ਹਾਂ। ਸੋ ਫਿਰ ਇਹ ਜਿਹੜਾ ਸੁਪਨਾ ਅਸੀਂ ਦੇਖਦੇ ਹਾਂ ਵਿਸ਼ਵ ਗੁਰੂ ਬਣਨਾ ਹੈ, ਉਹ ਸੁਪਨਾ ਕਿੱਦਾਂ ਪੂਰਾ ਕਰਨਾ ਹੈ? ਤਮਾਮ ਯੋਜਨਾਵਾਂ, ਇਹਦੇ ਨਾਮ ਵੀ ਬੜੇ ਇੰਟਰਸਟਿੰਗ ਨੇ, ਅੰਮ੍ਰਿਤ ਕਾਲ ਯੋਜਨਾ, ਸਪਤ ਰਿਸ਼ੀ, ਵਿਸ਼ਵਕਰਮਾ, ਏਕਲਵਿਆ। ਸੋ ਇਹ ਸਾਰੀਆਂ ਯੋਜਨਾਵਾਂ ਰੱਖੀਆਂ ਗਈਆਂ। ਇਹ ਵਿਸ਼ਵ ਗੁਰੂ ਬਣਾਉਣ ਵੱਲ ਕਦਮ ਚੁੱਕਣ ਵਾਸਤੇ ਇਹ ਯੋਜਨਾਵਾਂ ਰੱਖੀਆਂ ਗਈਆਂ। ਸੋ ਇਹਨਾਂ ਦਾ ਕੀ ਬਣੇਗਾ ਫਿਰ? ਵਿਸ਼ਵ ਗੁਰੂ ਬਣਨ ਦਾ ਜਿਹੜਾ ਸਾਡਾ ਸੁਪਨਾ ਹੈ ਸਨ 2024 ਦੇ ਵਿੱਚ, ਫਿਰ ਤੋਂ ਇਲੈਕਸ਼ਨਸ ਵਾਸਤੇ ਅਸੀਂ ਪੈਂਡਿੰਗ ਰੱਖ ਰਹੇ ਹਾਂ ਕਿ ਕੁਝ ਲੱਗਦਾ ਕੁਝ ਗੁੰਜਾਇਸ਼ ਹੈਗੀ ਹੈ? ਇਹ ਜਿਹੜਾ ਵਿਸ਼ਵ ਗੁਰੂ ਅਸੀਂ ਬਣਨਾ ਹੈ, ਉਹ ਮੇਰੇ ਖਿਆਲ ਨਾਲ ਹੁਣ ਥੋੜਾ ਡਿਲੇ ਹੁੰਦਾ ਜਾ ਰਿਹਾ। ਜਿੱਦਾਂ ਅਸੀਂ 5 ਟ੍ਰਿਲੀਅਨ ਦੀ ਇਕਨੋਮੀ ਬਣਨਾ ਸੀ, ਜਾਂ ਲੋਕਾਂ ਨੂੰ 4 ਕਰੋੜ ਲੋਕਾਂ ਨੂੰ ਮਕਾਨ ਮਿਲਣੇ ਸੀ, ਅਸੀਂ 5 ਟ੍ਰਿਲੀਅਨ ਦੀ ਇਕਨੋਮੀ 2022 ਤੱਕ ਬਣਨਾ ਸੀ, ਕਿਸਾਨਾਂ ਦੀ ਆਮਦਨ ਜਿਹੜੀ ਸੀ ਉਹ ਵੀ ਦੁੱਗਣੀ ਹੋ ਜਾਣੀ ਸੀ 2022 ਤੱਕ, ਜਿੱਦਾਂ ਉਹ ਸਾਰੇ ਡਿਲੇ ਹੋ ਗਈਆਂ। ਇੱਕ ਚੀਜ਼ ਹੋਰ, ਹਰ ਸਾਲ 2 ਕਰੋੜ ਨੌਕਰੀਆਂ ਵੀ ਮਿਲਣੀਆਂ ਸੀ, 2 ਕਰੋੜ ਨੌਕਰੀਆਂ ਮਿਲਣੀਆਂ ਸੀ। ਜਿੱਦਾਂ ਇਹ ਸਾਰੀਆਂ ਚੀਜ਼ਾਂ ਡਿਲੇ ਹੋ ਗਈਆਂ ਨੇ, ਤਾਂ ਮੈਨੂੰ ਲੱਗਦਾ ਉਹ ਜਿਹੜਾ ਅੰਮ੍ਰਿਤ ਕਾਲ ਹੈ, ਜਾਂ ਵਿਸ਼ਵ ਗੁਰੂ ਹੈ, ਜਾਂ ਸਪਤ ਰਿਸ਼ੀ ਹੈ, ਜਾਂ ਏਕਲਵਿਆ ਹੈ, ਇਹ ਵੀ 2047 ਤੱਕ ਅਸੀਂ ਉੱਥੇ ਹੀ ਜਾ ਕੇ ਟੀਚਾ ਪੂਰਾ ਕਰਾਂਗੇ। ਤੁਸੀਂ ਦੇਖੋ ਨਾ, ਏਕਲਵਿਆ ਸਕੀਮ ਦੇ ਬਾਰੇ ਤੁਸੀਂ ਜਦੋਂ ਬਜਟ ਦੀ ਉਹਨਾਂ ਦੇ ਭਾਸ਼ਣ ਨੂੰ ਸੁਣੋ, ਵਿੱਤ ਮੰਤਰੀ ਦੇ, ਉਹ ਕਹਿੰਦੇ ਜੀ ਅਸੀਂ 38,000 ਟੀਚਰ ਰੱਖਾਂਗੇ, 700 ਦੇ ਲਾਗੇ ਸਕੂਲ ਬਣਨਗੇ ਏਕਲਵਿਆ ਦੇ ਅੰਡਰ, ਔਰ 38,000 ਟੀਚਰ। ਕਦੋਂ ਸਕੂਲ ਬਣਨਗੇ ਤੇ ਕਦੋਂ 38,000 ਟੀਚਰ ਰੱਖੇ ਜਾਣਗੇ, ਉਹਦੇ ਬਾਰੇ ਨਹੀਂ ਉਹਨਾਂ ਨੇ ਦੱਸਿਆ ਵੀ ਉਹ ਇਸੇ ਸਾਲ 'ਚ ਰੱਖੇ ਜਾਣਗੇ, ਅਗਲੇ 'ਚ ਰੱਖੇ ਜਾਣਗੇ। ਜਿੱਦਾਂ ਏਮਸ ਬਣੇ ਨੇ, ਜਿਹੜੇ ਭਾਰਤ ਦੇ ਵਿੱਚ ਏਮਸ ਹਸਪਤਾਲ ਬਣਾਏ ਨੇ, ਜਿਨ੍ਹਾਂ 'ਚ ਸਟਾਫ ਨਹੀਂ ਭਰਤੀ ਹੋਇਆ, ਕਿ ਉਦਾਂ ਦਾ ਹਿਸਾਬ ਕਿਤਾਬ ਰਹਿਣਾ, ਅਜੇ ਉਹਦੇ ਬਾਰੇ ਕੋਈ ਖੁਲਾਸਾ ਨਹੀਂ ਹੋਇਆ। JM ਕੇਨਸ ਇੱਕ ਸਭ ਜਾਣਦੇ ਨੇ, ਇੱਕ ਬਹੁਤ ਵੱਡੇ ਇਕਨੋਮਿਸਟ ਨੇ, ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਸੀ, ਇਨ ਦੀ ਲੌਂਗ ਰਨ ਵੀ ਵਿਲ ਆਲ ਡਾਈ, ਅਸੀਂ ਸਾਰੇ ਮਰ ਜਾਾਂਗੇ। ਬਿਲਕੁਲ ਐਗਜ਼ੈਕਟ ਕੀ ਬੋਲਿਆ ਸੀ ਉਹਨਾਂ ਨੇ ਰਾਜੀਵ ਜੀ? ਐਗਜ਼ੈਕਟ ਕੀ ਸੀਗੀ ਸਟੇਟਮੈਂਟ ਉਹਨਾਂ ਦੀ, JM ਕੇਨਸ? ਇਨ ਦਾ ਲੌਂਗ ਰਨ ਵੀ ਆਲ ਆਰ ਡੈਡ, ਵੀ ਆਲ ਆਰ ਡੈਡ। ਓਕੇ, ਸੋ ਜਦੋਂ ਆਪਾਂ ਸਾਰੇ ਮਰ ਜਾਾਂਗੇ, ਸੋ ਉਦੋਂ ਇਹ ਯੋਜਨਾਵਾਂ ਪੂਰੀਆਂ ਹੋਣਗੀਆਂ। ਤਾਂ ਇਸ 2047 ਕਿਹਨੇ ਦੇਖਿਆ? ਸਭ ਤੋਂ ਵੱਡੀ ਗੱਲ ਤਾਂ ਇਹ ਹੈ। ਸੋ ਇਹ ਭਾਰਤ
विश्व गुरु जो है वो तो वैसे ही विश्व गुरु है, क्योंकि इंडिया की विजडम साढ़े पुराने ग्रंथों की, साढ़े पुराने संस्कारों की विजडम ही इन्नी जबरदस्त है। फिर भी चलो तुसी कुछ कहना चाहते हो? ਇੱਕ ਨਾ ਮੈਂ ਹਾਸੇ ਕਵੀ ਸੰਮੇਲਨ ਦੇ ਵਿੱਚ ਗੱਲ ਹੋ ਰਹੀ ਸੀ, ਉਹ ਮੈਨੂੰ ਚੇਤੇ ਆ ਗਈ। ਉਹਦੇ ਚ ਖੰਨਾ ਸਾਹਿਬ ਗੱਲ ਏਦਾਂ ਹੋਈ ਕਿ ਇੱਕ ਕਵੀ ਸਾਹਿਬ ਗੱਲ ਸੁਣਾ ਰਹੇ ਸੀ, ਕਹਿੰਦੇ ਵੀ ਇੱਕ ਬਾਬਾ ਜੀ ਹਿਮਾਲੇ ਦੇ ਵਿੱਚੋਂ ਦੀ ਕੋਈ ਕੱਢ ਕੇ ਲਿਆਏ, ਕਹਿੰਦੇ ਵੀ ਹਿਮਾਲੇ ਦੇ ਵਿੱਚੋਂ ਦੀ ਅਸੀਂ ਇਹ ਨਮਕ ਜਿਹੜਾ ਹੈ, ਇਹ ਜਿਹੜਾ 5000 ਸਾਲ ਪੁਰਾਣਾ ਹਿਮਾਲਾ ਹੈ, ਉਹਦੇ ਚੋਂ ਅਸੀਂ ਕੱਢਿਆ। ਬੜਾ ਮੁਸ਼ਕਿਲ ਸੀ, ਬੜਾ ਟੀਡੀਅਸ ਟਾਸਕ ਸੀਗਾ, ਅਸੀਂ ਬੜੀ ਉਹਦੇ ਚ ਮੁਸ਼ਕਿਲਾਂ ਦਾ ਸਾਹਮਣਾ ਕੀਤਾ। ਫਿਰ ਅਸੀਂ ਲੋਕਾਂ ਦੇ ਲਈ ਇਹ ਨਮਕ ਲੈ ਕੇ ਆਏ ਹਾਂ। ਉਹਦੇ ਚ ਨਾਲ ਜਿਹੜਾ ਬੰਦਾ ਸੀਗਾ, ਜਿਹੜਾ ਖਰੀਦਣ ਗਿਆ, ਉਹਨੇ ਪੁੱਛਿਆ ਜੀ ਇਹਦੀ ਐਕਸਪਾਇਰੀ ਡੇਟ ਕਿੰਨੀ ਹੈ? ਕਹਿੰਦੇ ਐਕਸਪਾਇਰੀ ਡੇਟ 6 ਮਹੀਨੇ ਹੈ। ਸੋ ਪੰਜ ਇਹ ਬਜਟ 2047 ਦੀ ਗੱਲ ਕਰਦਾ ਹੈ, ਪਰ ਵੰਡ ਜਿਹੜੀ ਹੈ ਉਹ 2023-24 ਦੇ ਲਈ ਘਟਾ ਰਿਹਾ ਹੈ। यानी कि 5000 साल हो गए हिमालय ਨੂੰ, ਉਦੋਂ ਉੱਥੇ ਨਮਕ ਦੀ ਉੱਥੇ ਕੋਈ ਐਕਸਪਾਇਰੀ ਡੇਟ ਨਹੀਂ ਹੈ, ਪਰ ਜਦੋਂ ਪੈਕੇਟ 'ਚ ਪਾ ਦਿੱਤਾ 6 ਮਹੀਨੇ 'ਚ ਐਕਸਪਾਇਰੀ ਡੇਟ ਹੋ ਗਈ ਹੈ। ਸੋ ਚਲੋ ਠੀਕ ਹੈ, ਸਹੀ ਟੁਕਦੀ ਹੈ। ਰਾਈਟ। ਸੋ ਬਜਟ ਬਾਰੇ ਇੱਕ ਓਵਰਵਿਊ ਕੀ ਬਣਿਆ ਹੈ ਤੁਹਾਡਾ? ਸਰ ਬਜਟ ਜਿਹੜਾ ਹੈ, ਸਰਕਾਰ ਦੇਖੋ ਇਸ ਵੇਲੇ ਸਰਕਾਰ ਲੋਕਾਂ ਨੂੰ ਜਿਹੜਾ ਹੈ ਕੰਜ਼ੰਪਸ਼ਨ, ਮੈਨੂੰ ਇਹਦੇ ਚ ਨਾ ਪੈਰਾਡੌਕਸ ਜ਼ਿਆਦਾ ਨਜ਼ਰ ਆਇਆ, ਵਿਰੋਧਾਭਾਸ ਜਿਹੜਾ ਹੈ, ਕੰਟਰਾਡਿਕਸ਼ਨਸ, ਮੈਨੂੰ ਕਈ ਤਰ੍ਹਾਂ ਦੀ ਕੰਟਰਾਡਿਕਸ਼ਨਸ ਨਜ਼ਰ ਆਈਆਂ ਨੇ ਇਸ ਬਜਟ ਦੇ ਵਿੱਚ। ਇੱਕ ਪਾਸੇ ਸਰਕਾਰ ਸਕੀਮਾਂ ਬਣਾਉਂਦੀ ਹੈ, ਸਰਕਾਰ ਕਹਿੰਦੀ ਹੈ ਮਹਿਲਾਵਾਂ ਦੇ ਲਈ ਸਕੀਮ, ਜਿਹਦੇ ਚ 2 ਲੱਖ ਰੁਪਈਆ ਉਹ ਜਮ੍ਹਾਂ ਕਰਾ ਸਕਦੇ ਹੈ 2 ਸਾਲ ਦੇ ਲਈ, ਔਰ 7.5% ਜਿਹੜਾ ਉਹਦੇ ਤੇ ਵਿਆਜ ਮਿਲੇਗਾ। ਇਸੇ ਤਰੀਕੇ ਦੇ ਨਾਲ ਸੀਨੀਅਰ ਸਿਟੀਜ਼ਨਸ ਜਿਹੜੇ ਹੈ, ਉਹਨਾਂ ਨੂੰ ਮਿਆਦ ਜਿਹੜੀ 15 ਲੱਖ ਤੋਂ ਵਧਾ ਕੇ 30 ਲੱਖ ਰੁਪਈਏ ਤੱਕ ਉਹਦੀ ਜਿਹੜੀ ਐਕਸਟੈਂਡ ਕਰਤੀ ਹੈ, ਵੀ ਜਿਹੜਾ ਤੁਸੀਂ ਛੋਟੀਆਂ ਬਚਤਾਂ ਦੇ ਵਿੱਚ ਪੈਸਾ ਪਾ ਸਕਦੇ ਹੋ। ਪਹਿਲਾਂ 15 ਲੱਖ ਰੁਪਈਆ ਤੁਸੀਂ ਸਾਲਾਨਾ ਪਾ ਸਕਦੇ ਸੀ, ਹੁਣ 30 ਲੱਖ ਰੁਪਈਆ ਪਾ ਸਕਦੇ ਹੋ। ਇਦਾਂ ਹੀ ਜਿਹੜੇ ਲੋਕ ਡਾਕਖਾਨੇ ਦੇ ਵਿੱਚ ਬਚਤ ਸਕੀਮਾਂ ਦੇ ਵਿੱਚ ਪੈਸਾ ਪਾਉਂਦੇ ਆ, ਉਹਨਾਂ ਨੂੰ ਮੰਥਲੀ ਵਿਆਜ ਆਉਂਦਾ ਹੈ, ਮਹੀਨਾਵਾਰੀ ਜਿਹੜਾ ਵਿਆਜ ਆਉਂਦਾ ਹੈ, ਉਹਦੇ ਤੇ ਪਹਿਲਾਂ 4.5 ਲੱਖ ਰੁਪਈਆ ਇੱਕ ਬੰਦਾ ਪਾ ਸਕਦਾ ਸੀ, ਹੁਣ 9 ਲੱਖ ਰੁਪਈਆ ਪਾ ਸਕਦਾ। ਇੱਕ ਪਾਸੇ ਤਾਂ ਸਰਕਾਰ ਨੇ ਛੋਟੀਆਂ ਬਚਤਾਂ ਨੂੰ ਪ੍ਰਮੋਟ ਕੀਤਾ, ਦੂਜੇ ਪਾਸੇ ਸਰਕਾਰ 80C ਦੇ ਅੰਡਰ, ਜਿਹੜਾ ਜਿੱਥੇ ਆਮ ਲੋਕ, ਜਿਹੜਾ 올ਡ ਟੈਕਸ ਰਜੀਮ ਹੈ, ਪੁਰਾਣੀ ਟੈਕਸ ਪ੍ਰਣਾਲੀ ਦੇ ਵਿੱਚ ਲੋਕ ਜਿਹੜੇ ਨੇ ਟੈਕਸ ਤੋਂ ਛੋਟ ਲੈਣ ਦੇ ਲਈ 80C ਜਿਹੜਾ ਪ੍ਰੋਵੀਜ਼ਨ ਹੈ, ਜਾਂ 80D ਦੀ ਪ੍ਰੋਵੀਜ਼ਨ ਹੈ ਇਨਕਮ ਟੈਕਸ ਦੇ ਲਾਅ ਦੀ, ਉਹਦੇ ਅੰਡਰ 1.5 ਲੱਖ ਰੁਪਈਏ ਤੱਕ ਦਾ ਜੇ ਛੋਟੀਆਂ ਬਚਤਾਂ ਦੇ ਵਿੱਚ ਪਾ ਦਿੰਦੇ ਸੀ, PPF ਚ ਪਾ ਦਿੰਦੇ ਸੀ, ਇੰਸ਼ੋਰੈਂਸ ਚ ਪਾ ਦਿੰਦੇ ਸੀ, ਮਕਾਨ ਜਿਹੜੇ ਨੇ ਉਹ ਲੈਂਦੇ ਸੀ, ਉਹਦੇ ਲੋਨ ਦੇ ਉੱਤੇ ਰਿਬੇਟ ਮਿਲਦੀ ਸੀ, ਬੱਚਿਆਂ ਦੀ ਫੀਸ ਦੇ ਉੱਤੇ ਰਿਬੇਟ ਮਿਲਦੀ ਸੀ। ਇੱਕ ਪਾਸੇ ਉਹ ਚੀਜ਼ਾਂ ਸਨ, ਉੱਥੇ ਤੁਸੀਂ 80C ਨੂੰ ਖਤਮ ਕਰ ਰਹੇ ਹੋ, ਤੁਸੀਂ ਨਵੀਂ ਟੈਕਸ ਰਜੀਮ ਦੇ ਵਿੱਚ ਲੈ ਕੇ ਆ ਰਹੇ ਹੋ, ਨਵੀਂ ਟੈਕਸ ਪ੍ਰਣਾਲੀ ਦੇ ਵਿੱਚ ਸਾਰਿਆਂ ਨੂੰ ਪ੍ਰਮੋਟ ਕਰ ਰਹੇ ਹੋ। ਤੁਸੀਂ ਜਿੰਨੀਆਂ ਐਗਜ਼ੈਂਪਸ਼ਨਸ ਦਿੱਤੀਆਂ ਨਵੀਂ ਟੈਕਸ ਰਜੀਮ 'ਚ ਦਿੱਤੀਆਂ, ਪੁਰਾਣੀ 'ਚ ਨਹੀਂ ਦਿੱਤੀਆਂ। ਫਿਰ ਤੁਸੀਂ ਕਿਹਾ ਵੀ ਹੌਲੀ ਹੌਲੀ ਅਸੀਂ ਉਹਨੂੰ ਖਤਮ ਕਰ ਲਾਂਗੇ। ਤੇ ਜੇ ਉਹ ਖਤਮ ਹੋ ਗਈ, ਪੁਰਾਣੀ ਪ੍ਰਣਾਲੀ ਖਤਮ ਹੋ ਗਈ ਖੰਨਾ ਸਾਹਿਬ, ਇਹਦਾ ਮਤਲਬ ਵੀ ਜਿਹੜੀਆਂ ਸੇਵਿੰਗ ਸਕੀਮਸ ਆ ਉਹ ਵੀ ਜਾਣਗੀਆਂ, ਹਨਾ। ਇੱਕ ਪਾਸੇ ਤੁਸੀਂ ਪ੍ਰਮੋਟ ਕਰ ਰਹੇ ਹੋ, ਦੂਜੇ ਪਾਸੇ ਤੁਸੀਂ ਉਹਨੂੰ ਮਾਰਨ ਤੇ ਲੱਗੇ ਹੋਏ ਹੋ ਛੋਟੀਆਂ ਬਚਤਾਂ ਨੂੰ। ਹੁਣ ਆਮ ਬੰਦਾ ਤਾਂ ਇਸ ਚੀਜ਼ ਦੇ ਵਿੱਚ ਹੀ ਮਾਰਿਆ ਜਾਏਗਾ ਵੀ ਜਦੋਂ ਮੈਨੂੰ ਉਹਦੇ ਤੇ ਰਿਬੇਟ ਨਹੀਂ ਮਿਲਣੀ, ਮੈਂ ਕਿਉਂ ਬਚਤਾਂ 'ਚ ਪਾਵਾਂ। ਪੋਸਟ ਆਫਿਸਿਸ ਦਾ ਨੁਕਸਾਨ ਹੋਏਗਾ, ਇੰਸ਼ੋਰੈਂਸ ਸੈਕਟਰ ਦਾ ਨੁਕਸਾਨ ਹੋਏਗਾ, ਰੀਅਲ ਏਸਟੇਟ ਸੈਕਟਰ ਦਾ ਨੁਕਸਾਨ ਹੋਏਗਾ। ਜਿਹੜੀਆਂ ਨੌਕਰੀਆਂ ਪਹਿਲਾਂ ਨਹੀਂ ਨਿਕਲ ਰਹੀਆਂ, ਜਿਹੜੀਆਂ ਇਹਨਾਂ 'ਚ ਲੱਗੀਆਂ ਹੋਈਆਂ ਸੀ, ਉਹ ਵੀ ਜਾਣਗੀਆਂ ਇਹਦੇ ਨਾਲ। ਤਾਂ ਸੋ ਮੈਨੂੰ ਇੱਥੇ ਇਹਦੇ 'ਚ ਨਾ ਵਿਰੋਧਾਭਾਸ ਲੱਗਿਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕੰਟਰਾਡਿਕਟਰੀ ਜਾ ਰਿਹਾ ਸਰਕਾਰ ਦਾ ਸਟੈਂਡ। ਸਰਕਾਰ ਜ਼ਰੂਰ ਸੇਵਿੰਗਸ ਦੇ ਵਿੱਚੋਂ ਕੱਢ ਕੇ ਕੰਜ਼ੰਪਸ਼ਨ ਵੱਲ ਨੂੰ ਲੈ ਕੇ ਜਾਣਾ ਚਾਹੁੰਦੀ, ਲੋਕਾਂ ਨੂੰ ਚਾਹੁੰਦੀ ਹੈ ਕਿ ਲੋਕ ਜਿਹੜੇ ਨੇ ਕੰਜ਼ਿਊਮ ਕਰਨ, ਇਸ ਵੇਲੇ ਮੰਗ ਜਿਹੜੀ ਹੈ ਉਹ ਵਧੇ। ਸਰਕਾਰ ਦਾ ਟੀਚਾ ਉਸ ਵੱਲ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਸੇਵਿੰਗਸ ਜਿਹੜੀਆਂ ਉਹ ਘਟਾ ਦਿਓ। ਤੇ ਉਹ ਮੈਨੂੰ ਏਦਾਂ ਲੱਗਿਆ ਵੀ ਇਹ ਗੱਲ ਟਿਕਦੀ ਨਹੀਂ ਕਿਸੇ ਪਾਸੇ ਦੇ ਨਾਲ, ਇਹ ਕੋਈ ਬਹੁਤੀ ਅੱਛੀ ਗੱਲ ਨਹੀਂ ਲੱਗੀ। ਓਕੇ, ਸੋ ਇਹ ਸਭ ਓਵਰਵਿਊ ਬਣਿਆ ਤੁਹਾਡਾ ਇਸ ਬਜਟ ਨੂੰ ਲੈ ਕੇ। ਸੋ ਇੱਕ ਚੀਜ਼ ਹੋਰ ਹੈ, ਆਮ ਲੋਕ ਕੀ ਕਰਨ? ਆਮ ਲੋਕ ਹਮੇਸ਼ਾ ਇੱਦਾਂ ਦੇਖਦੇ ਰਹਿਣਗੇ, ਆਸ ਉਮੀਦ ਲਗਾ ਕੇ ਕਿ ਸ਼ਾਇਦ ਇਸ ਵਾਰ ਕੁਝ ਮਿਲੇ, ਸ਼ਾਇਦ ਇਸ ਵਾਰ ਕੁਝ ਮਿਲੇ। ਸੋ ਆਮ ਲੋਕਾਂ ਦਾ ਕੀ ਬਣੂ? ਆਮ ਲੋਕਾਂ ਨਾਲ ਜਿਹੜੀਆਂ ਜੁੜੀਆਂ ਹੋਈਆਂ ਯੋਜਨਾਵਾਂ ਨੇ ਉਹਨਾਂ ਦਾ ਕੀ ਬਣੂ? ਕੀ ਹਾਲਤ ਬਣੂਗੀ ਆਮ ਲੋਕਾਂ ਦੀ? ਮਹਿੰਗਾਈ ਦੀ ਮਾਰ ਹੈ, ਬੇਰੁਜ਼ਗਾਰੀ ਦੀ ਮਾਰ ਹੈ। ਸੋ ਕਾਮਨ ਮੈਨ ਕਿੱਥੇ ਖੜਾ ਹੈ? ਕਾਮਨ ਮੈਨ ਦੇ ਲਈ ਸਮੱਸਿਆਵਾਂ ਹੋਰ ਵਧਣ ਵਾਲੀਆਂ ਇਸ ਬਜਟ ਤੋਂ ਜੋ ਨਜ਼ਰ ਆ ਰਿਹਾ, ਅਨਲੈਸ ਐਂਡ ਅੰਟਿਲ ਕੋਈ
ਪ੍ਰਾਈਮ ਮਿਨਿਸਟਰ ਰਾਤ ਨੂੰ 8 ਵਜੇ ਆ ਕੇ ਕੋਈ ਹੋਰ ਨਵੀਂ ਘੋਸ਼ਣਾ ਨਾ ਕਰ ਦੇਣ ਜਿਹਦਾ ਸਕੋਪ ਘੱਟ ਲੱਗਦਾ ਪੈਸਿਆਂ ਦੇ ਵਾਲੇ ਪੱਖ ਨੂੰ ਦੇਖਦੇ ਹੋਏ। ਲੇਕਿਨ ਜੇ ਸਰਕਾਰ ਕਰਜ਼ਾ ਲੈ ਕੇ ਤੇ ਕੋਈ ਨਵੀਂ ਘੋਸ਼ਣਾ ਕਰ ਦੇਵੇ ਇਲੈਕਸ਼ਨਾਂ ਦੇ ਨੇੜੇ ਜਾ ਕੇ, ਉਹ ਇੱਕ ਕੇਵੀਏਟ ਹੈ, ਉਹ ਇੱਕ ਅਲੱਗ ਐਕਸੈਪਸ਼ਨ ਹੈ। ਉਸ ਤੋਂ ਇਲਾਵਾ ਜੇ ਅਸੀਂ ਬਜਟ ਦੇਖਦੇ ਹਾਂ ਤਾਂ ਬਜਟ ਦੇ ਵਿੱਚ ਨਜ਼ਰ ਕੁਛ ਨਹੀਂ ਆਉਂਦਾ। ਆਮ ਲੋਕਾਂ ਦੀ ਤਾਂ ਜਿਹੜੀ ਸਮੱਸਿਆਵਾਂ ਨੇ ਖੜੀਆਂ ਨੇ, ਮਨਰੇਗਾ ਦੇ ਵਿੱਚ ਐਲੋਕੇਸ਼ਨ ਘਟ ਗਈ ਹੈ। 73,000 ਕਰੋੜ ਰੁਪਈਆ ਪਿਛਲੇ ਸਾਲ ਮਿੱਥਿਆ ਸੀਗਾ, ਐਤਕੀ 60,000 ਕਰੋੜ ਤੇ ਆ ਗਏ ਹੈ। PM ਕਿਸਾਨ ਜਿਹੜੇ ਕਿਸਾਨਾਂ ਦੇ ਲਈ ਸੀਗਾ, ਜੇ ਉਹਦੇ ਚ 68,000 ਕਰੋੜ ਰੁਪਈਆ ਸਰਕਾਰ ਨੇ ਮਿੱਥਿਆ ਸੀਗਾ ਪਿਛਲੇ ਸਾਲ, ਐਤਕੀ 60,000 ਕਰੋੜ ਹੈ। ਔਰ ਜਿਹੜਾ ਪਿਛਲਾ ਮਿੱਥਿਆ ਸੀ ਉਹ ਵੀ ਪੂਰਾ ਨਹੀਂ ਖਰਚ ਕਰ ਸਕੇ, 60,000 ਕਰੋੜ ਹੀ ਖਰਚ ਹੋਇਆ, ਐਤਕੀ ਰੱਖਿਆ ਹੀ 60,000 ਕਰੋੜ ਹੈ। ਤਾਂ ਫਰਟੀਲਾਈਜ਼ਰ ਤੇ ਜ਼ਰੂਰ ਇੱਕ ਹੈਡ ਜਿਹੜਾ ਹੈ ਫਰਟੀਲਾਈਜ਼ਰ ਹੈ, ਜਿਹਦੇ ਉੱਤੇ ਸਰਕਾਰ ਨੇ ਵੰਡ ਜਿਹੜੀ ਹੈ ਵਧਾਈ ਹੈ। ਬਾਕੀ ਤਾਂ ਹਰ ਪੱਖ ਤੇ ਤੁਸੀਂ ਜਿਹੜੇ ਮਰਜ਼ੀ ਫਰੰਟ ਤੇ ਚਲੇ ਜਾਓ, ਤੁਹਾਨੂੰ ਇਹ ਅੰਕੜਿਆਂ ਦੀ ਜਾਦੂਗਰੀ ਜਿਹੜੀ ਉਹ ਨਜ਼ਰ ਆਏਗੀ। ਇੱਥੋਂ ਪੈਸਾ ਕੱਢ ਕੇ, ਇਹਨਾਂ ਦੋਨਾਂ ਚੋਂ ਪੈਸਾ ਕੱਢ ਕੇ ਨਾਰਥ ਈਸਟ ਸਟੇਟਸ ਜਿਹੜੀ ਉਹਨਾਂ ਦੀ ਡਿਵੈਲਪਮੈਂਟ ਦੇ ਲਈ ਪੈਸਾ ਦੇ ਦਿੱਤਾ, ਕਿਉਂਕਿ ਉੱਥੇ ਹੁਣ ਇਲੈਕਸ਼ਨਾਂ ਜਿਹੜੀਆਂ ਨੇ 2023 ਦੇ ਵਿੱਚ ਹੋਣੀਆਂ। ਤੁਸੀਂ ਜੇ ਬਜਟ ਨੂੰ ਪੜ੍ਹੋਗੇ ਤੁਹਾਨੂੰ ਇਹ ਨਜ਼ਰ ਆਏਗਾ ਪੈਟਰੋਲੀਅਮ ਦੇ ਵਿੱਚੋਂ ਦੀ, PM ਕਿਸਾਨ ਦੇ ਵਿੱਚੋਂ ਦੀ, ਔਰ ਜਿਹੜੀ ਮਨਰੇਗਾ ਦੇ ਵਿੱਚੋਂ ਹੈ, ਇਹ ਪੈਸਾ ਕੱਢ ਕੇ ਹੋਰ ਹੈਡ ਦੇ ਵਿੱਚ ਜਿਹੜੇ ਨਾਰਥ ਈਸਟ ਸਟੇਟਸ ਦੀ ਡਿਵੈਲਪਮੈਂਟ ਹੈ ਉੱਥੇ ਲਾਤਾ। ਤਾਂ ਅੰਕੜਿਆਂ ਦੀ ਜਾਦੂਗਰੀ ਜ਼ਿਆਦਾ ਰਹੀ ਹੈ ਇੰਸਟੈਡ ਆਫ ਇਹਦੇ ਚ ਕੋਈ ਡਿਵੈਲਪਮੈਂਟ ਵਾਲਾ ਪੱਖ ਹੋਵੇ। ਲੋਕਾਂ ਨੂੰ ਇਹ ਬਜਟ ਜਿਹੜਾ ਹੈ ਕੋਈ ਬਹੁਤ ਜ਼ਿਆਦਾ ਹੈਲਪ ਨਹੀਂ ਕਰ ਸਕੇਗਾ। ਕਿਸੇ ਇੱਕ ਵਰਗ ਨੂੰ ਹੋ ਸਕਦਾ ਹੈਲਪ ਕਰ ਵੀ ਦੇਵੇ, ਸੈਲਰੀਡ ਕਲਾਸ ਜਿਨ੍ਹਾਂ ਦੀਆਂ 15 ਲੱਖ ਤੋਂ ਉੱਤੇ ਹੈਗੀਆਂ ਤਨਖਾਹਾਂ, ਜਾਂ ਜਿਹੜੇ ਲੋਕ ਜਿਨ੍ਹਾਂ ਦੀ 7 ਲੱਖ ਤੋਂ ਉੱਤੇ ਹੈ ਤਨਖਾਹ ਸਾਲਾਨਾ, ਉਹ ਲੋਕਾਂ ਨੂੰ ਹੋ ਸਕਦਾ ਕੋਈ ਰਿਲੀਫ ਮਿਲ ਜੇ। ਬਾਕੀ ਸਿੱਧੇ ਤੌਰ ਦੇ ਉੱਤੇ ਹੋਰ ਲੋਕਾਂ ਦੇ ਲਈ ਇਸ ਬਜਟ ਦੇ ਵਿੱਚ ਘੱਟ ਹੈ ਕੁਛ। ਓਕੇ, ਫਿਰ ਇੱਕ ਆਪਣਾ ਜਿਹੜਾ $1 ਮਿਲੀਅਨ ਕੁਐਸਚਨ ਹੁੰਦਾ ਹਮੇਸ਼ਾ, ਸਹਾਇਤਾ ਕਿਹਨੂੰ ਮਿਲ ਰਹੀ ਹੈ? ਕਾਰਪੋਰੇਟਸ ਨੂੰ, ਬਿਗ ਬਿਜ਼ਨਸ ਹਾਊਸਿਸ ਨੂੰ ਮਿਲ ਰਹੀ ਹੈ ਸਹਾਇਤਾ? ਬਕਾਇਦਾ ਸਹਾਇਤਾ ਮਿਲੇਗੀ। ਤੁਸੀਂ ਦੇਖੋ ਨਾ, ਸ਼ੇਅਰ ਮਾਰਕੀਟ ਕੱਲ ਹੁੰਗਾਰਾ ਦੇ ਰਹੀ ਹੈ ਇਸ ਬਜਟ ਨੂੰ। ਕਿਉਂ? ਕਿਉਂਕਿ ਸ਼ੇਅਰ ਮਾਰਕੀਟ ਨੂੰ ਇਹ ਨਜ਼ਰ ਆਇਆ ਵੀ ਸ਼ੇਅਰ ਮਾਰਕੀਟ ਦੇ ਲਈ ਕੋਈ ਐਡਵਰਸ ਸਟੈਪ ਤਾਂ ਲਿੱਤਾ ਨਹੀਂ, ਕੋਈ ਸਰਕਾਰ ਨੇ ਇਦਾਂ ਦਾ ਸਟੈਪ ਤਾਂ, ਕੋਈ ਕੈਪੀਟਲ ਗੇਨਸ ਦੇ ਉੱਤੇ ਟੈਕਸ ਤਾਂ ਲਾਇਆ ਨਹੀਂ। ਜਿਹੜੇ ਲੋਕਾਂ ਨੂੰ ਸ਼ੇਅਰ ਮਾਰਕੀਟ ਦੇ ਵਿੱਚੋਂ ਦੀ ਫਾਇਦਾ ਮਿਲਦਾ, 2 ਸਾਲ ਤੁਸੀਂ ਪੈਸਾ ਲਾਈ ਰੱਖਿਆ, ਜਦੋਂ ਤੁਹਾਨੂੰ 2 ਸਾਲਾਂ ਦੇ ਵਿੱਚ ਫਾਇਦਾ ਮਿਲਿਆ ਉਸ ਦੇ ਉੱਤੇ ਟੈਕਸ ਤਾਂ ਕੋਈ ਲੱਗਿਆ ਨਹੀਂ। ਵੈਲਥ ਟੈਕਸ ਜਿਹੜਾ ਹੈ, ਲੋਕਾਂ ਦੀ ਜਾਇਦਾਦ ਦੇ ਉੱਤੇ ਜਿਹੜਾ ਸੀ, ਸੰਪत्ति ਦੇ ਉੱਤੇ ਜਿਹੜਾ ਸੀ ਟੈਕਸ ਨਹੀਂ ਲੱਗਾ, ਤਾਂ ਉਹਨਾਂ ਨੂੰ ਤਾਂ ਫਾਇਦਾ ਹੀ ਫਾਇਦਾ ਨੇ, ਉਹਨਾਂ ਦੀ ਤਾਂ ਪੋਜ਼ਿਟਿਵ ਹੈ ਸਾਈਡ। ਸੋ ਇਹਦੇ ਨਾਲ ਕਿਸੇ ਤਰੀਕੇ ਨਾਲ ਇਨਇਕੁਐਲਿਟੀ ਜਿਹੜੀ ਹੈ ਨਹੀਂ ਘਟਣੀ। ਜਿਹੜਾ ਆਕਸਫੈਮ ਦੀ ਰਿਪੋਰਟ ਹੈ, ਜਿਹੜੀ ਆਪਾਂ ਆਪਣੇ ਪੁਰਾਣੇ ਪ੍ਰੋਗਰਾਮ ਦੇ ਵਿੱਚ ਗੱਲ ਵੀ ਕੀਤੀ ਸੀ ਖੰਨਾ ਸਾਹਿਬ, ਸਾਡੇ ਟਾਈਮਲਾਈਨ ਤੇ ਹੋਏਗੀ ਵੀ ਉਹ ਅਵੇਲੇਬਲ, ਉੱਥੇ ਆਪਾਂ ਇਹ ਗੱਲ ਕੀਤੀ ਸੀ ਵੀ ਆਕਸਫੈਮ ਦੀ ਰਿਪੋਰਟ ਨੇ ਇਸ਼ਾਰਾ ਕੀਤਾ ਕਿ ਹਿੰਦੁਸਤਾਨ ਦੇ ਵਿੱਚ ਇਨਇਕੁਐਲਿਟੀ ਜਿਹੜੀ ਹੈ ਬਹੁਤ ਵਧੀ ਹੋਈ ਹੈ। ਤਾਂ ਉਸ ਇਨਇਕੁਐਲਿਟੀ ਨੂੰ ਐਡਰੈਸ ਕਰਨ ਦੇ ਲਈ ਬਜਟ ਦੇ ਵਿੱਚ ਕੁਝ ਨਹੀਂ ਹੈ। ਰਿਚ ਹੋਰ ਰਿਚ ਹੋਏਗਾ, ਪੂਅਰ ਹੋਰ ਪੂਅਰ ਹੋਏਗਾ, ਉਹ ਕੰਮ ਚੱਲਦਾ ਜਾਏਗਾ। ਸੋ ਫਿਰ ਇੰਡੀਆ ਦਾ ਫਿਊਚਰ ਕੀ ਹੈ? ਇੱਦਾਂ ਤਾਂ ਸਭ ਕੁਝ ਡਾਵਾਂਡੋਲ ਹੋ ਜਾਏਗਾ। ਲੋਕਾਂ ਦਾ ਜੋ ਪੈਸਾ ਬੈਂਕਾਂ 'ਚ ਪਿਆ ਹੈ ਉਹ ਵੀ ਸਿਕਿਉਰ ਨਹੀਂ ਲੱਗਦਾ, ਜੋ LIC ਦੇ ਵਿੱਚ ਉਹ ਵੀ ਸਿਕਿਉਰ ਨਹੀਂ ਲੱਗਦਾ। ਵੱਖੋ ਵੱਖ ਜੋ ਸਰਕਾਰੀ ਸੈਕਟਰ ਹੈ ਪ੍ਰਾਈਵੇਟ ਸੈਕਟਰ ਨਾਲੋਂ ਥੱਲੇ ਜਾ ਰਿਹਾ ਹੈ, ਔਰ ਜੋ ਸਰਕਾਰੀ ਸੈਕਟਰ ਦਾ ਪੈਸਾ ਹੈ ਉਹ ਵੀ ਸੇਫ ਨਹੀਂ ਲੱਗਦਾ, ਆਮ ਲੋਕਾਂ ਦਾ ਪੈਸਾ ਸੇਫ ਨਹੀਂ ਲੱਗਦਾ। ਸੋ ਇਹ ਕਿੱਦਾਂ ਦਾ ਬਜਟ ਹੋਇਆ ਫਿਰ ਜਦੋਂ ਆਮ ਲੋਕਾਂ ਦਾ ਪੈਸਾ ਸੁਰੱਖਿਅਤ ਨਹੀਂ ਹੈ? ਰਾਜੀਵ ਜੀ ਦੇਖੋ ਜੀ, ਮੈਂ ਇਸ ਚੀਜ਼ ਤੋਂ ਬਚ ਰਿਹਾ ਸੀਗਾ, ਪਰ ਤੁਸੀਂ ਹੁਣ ਮੈਨੂੰ ਜੇ ਬੁਲਵਾਉਣਾ ਚਾਹੁੰਦੇ ਹੋ ਤਾਂ ਚਲੋ ਮੈਂ ਬੋਲ ਦਿੰਦਾ। ਆਪਾਂ ਗੱਲ ਕੀਤੀ ਹੈ ਖੰਨਾ ਸਾਹਿਬ ਵੀ ਸੇਵਿੰਗਸ ਜਿਹੜੀਆਂ ਨੇ ਲੋਕਾਂ ਦੀਆਂ ਘਟ ਜਾਣਗੀਆਂ। ਸੇਵਿੰਗਸ ਨੂੰ ਕਿਲ ਕਰ ਰਿਹਾ ਇਹ ਬਜਟ, ਡਿਸਟਰੋਏ ਕਰ ਰਿਹਾ ਸੇਵਿੰਗਸ ਨੂੰ। ਜਿਹੜੀਆਂ ਸਾਡੀਆਂ ਬਚਤਾਂ, ਸਿਰਫ ਲੋਕਾਂ ਨੂੰ ਨੁਕਸਾਨ ਨਹੀਂ ਹੋ ਰਿਹਾ, ਜਾਂ ਤੁਹਾਨੂੰ ਜਾਂ ਮੈਨੂੰ ਨੁਕਸਾਨ ਨਹੀਂ ਹੋ ਰਿਹਾ, ਜਾਂ ਸਾਡੇ ਜਿਹੜੇ ਦੇਖਣ ਵਾਲੇ ਦਰਸ਼ਕ ਨੇ ਉਹਨਾਂ ਨੂੰ ਨੁਕਸਾਨ ਨਹੀਂ ਹੋ ਰਿਹਾ, ਸਰਕਾਰ ਨੂੰ ਵੀ ਇਹਦਾ ਨੁਕਸਾਨ ਹੋ ਰਿਹਾ। ਉਹ ਕਿਸ ਤਰੀਕੇ ਦੇ ਨਾਲ? ਦੇਖੋ ਜੀ, ਸਰਕਾਰ ਜਦੋਂ ਕਰਜ਼ਾ ਲੈਂਦੀ ਹੈ, ਜਦੋਂ ਅਸੀਂ ਬਜਟ ਦੇ ਦਸਤਾਵੇਜ਼ ਖੋਲ ਕੇ ਦੇਖਦੇ ਹਾਂ, ਸਰਕਾਰ ਨੇ ਜਿਹੜਾ ਕਰਜ਼ਾ ਲਿੱਤਾ ਉਹਦੇ ਚ ਤਕਰੀਬਨ 5 ਲੱਖ ਕਰੋੜ ਰੁਪਈਏ ਦਾ, ਪੌਣੇ 5 ਲੱਖ ਕਰੋੜ ਦਾ ਸਰਕਾਰ ਨੇ ਮਿੱਥਿਆ ਵੀ ਇਹ ਛੋਟੀਆਂ ਬਚਤਾਂ ਤੋਂ ਐਤਕੀ ਲਏਗੀ 2023-24 ਦੇ ਵਿੱਚ। ਔਰ ਪਿਛਲੇ ਸਾਲ 4.25 ਲੱਖ ਕਰੋੜ ਰੁਪਈਆ ਮਿੱਥ ਕੇ 4.5 ਲੱਖ ਕਰੋੜ ਰੁਪਈਆ ਲਿੱਤਾ। ਇਹਦਾ ਮਤਲਬ ਆਪਾਂ ਜੇ ਮੋਟੇ ਜਿਹੇ ਤੌਰ ਤੇ ਇਹਨੂੰ 4 ਲੱਖ ਕਰੋੜ ਲਾ ਲਈਏ, 5 ਲੱਖ ਕਰੋੜ ਲਾ ਲਈਏ, ਇਹਦਾ ਮਤਲਬ ਹੈ ਜੇ ਛੋਟੀਆਂ ਬਚਤਾਂ ਕੱਲ ਨੂੰ ਨਹੀਂ ਹੋਣਗੀਆਂ, 2 ਸਾਲ 4 ਸਾਲ 6 ਸਾਲ ਬਾਅਦ ਜਦੋਂ ਛੋਟੀਆਂ ਬਚਤਾਂ ਖਤਮ ਹੋ ਜਾਣਗੀਆਂ ਜਾਂ ਉਹਨਾਂ 'ਚ ਪੈਸਾ ਨਹੀਂ ਹੋਏਗਾ, ਤਾਂ ਪੈਸਾ ਸਰਕਾਰ ਕਿੱਥੋਂ ਲਏਗੀ? ਫਿਰ ਕਰਜ਼ਾ ਸਰਕਾਰ ਨੂੰ ਕਰਜ਼ਾ ਲੈਣਾ ਪਏਗਾ ਇੰਟਰਨੈਸ਼ਨਲ ਅਦਾਰਿਆਂ ਤੋਂ, ਵਰਲਡ ਬੈਂਕ, IMF, ਹੋਰ ਮੁਲਕ ਜਿਹੜੇ ਰਈਸ ਮੁਲਕ ਨੇ ਉਹਨਾਂ ਤੋਂ। ਜੇ ਸਰਕਾਰ ਉਹਨਾਂ ਤੋਂ ਮੁਲਕਾਂ ਤੋਂ ਪੈਸਾ ਲਏਗੀ, ਸਾਨੂੰ ਉਹਨਾਂ ਦੀਆਂ ਜਿਹੜੀਆਂ
ਜਿਸ ਤਰ੍ਹਾਂ ਦੀ ਬੰਸਰੀ ਉਹ ਵਜਾਣਗੇ ਉਸ ਤਰੀਕੇ ਦਾ ਨਾਚ ਸਾਨੂੰ ਕਰਕੇ ਦਿਖਾਉਣਾ ਪਏਗਾ। ਤਾਂ ਵੀਲ ਹੈਵ ਟੂ ਡਾਂਸ ਅਕੋਰਡਿੰਗ ਟੂ ਦ ਟਿਊਨਸ ਆਫ ਦ ਡਿਵੈਲਪਡ ਕੰਟਰੀਜ਼। ਇਹ ਚੀਜ਼ ਜਿਹੜੀ ਸਾਹਮਣੇ ਆਏਗੀ ਔਰ ਸਾਡਾ ਹਾਲ ਜਿਹੜਾ ਪਾਕਿਸਤਾਨ, ਨੇਪਾਲ ਜਾਂ ਸ਼੍ਰੀਲੰਕਾ ਵਾਲਾ ਹੋ ਸਕਦਾ। ਇੱਕ ਅੰਗਰੇਜ਼ੀ ਲਿਟਰੇਚਰ 'ਚ ਕਹਾਣੀ ਹੈ, ਉਹਦੇ 'ਚ ਇੱਕ ਲੜਕਾ ਹੈ, ਉਹਦੇ ਕੋਲ 3 ਬੱਕਰੀਆਂ ਨੇ, ਉਹ ਉਹਦੀ ਬੰਸਰੀ ਦੇ ਉੱਤੇ ਨੱਚਦੀਆਂ ਨੇ ਔਰ ਉਹ ਉਹਨਾਂ ਦਾ ਤਮਾਸ਼ਾ ਕਰਦਾ ਹੈ। ਤੁਸੀਂ ਉਹ ਬੰਸਰੀ ਮੈਨੂੰ ਯਾਦ ਕਰਵਾ ਦਿੱਤੀ, ਉਹ ਜੋ ਕਾਲਜ ਦੇ ਵਿੱਚ ਪੜ੍ਹੀ ਸੀ ਮੈਂ ਸਟੋਰੀ, ਸੋ ਰੈਲੇਵੈਂਟ ਲੱਗਦੀ ਹੈ। ਸੋ ਇੱਕ ਚੀਜ਼ ਮੈਨੂੰ ਦੱਸੋ, ਇੱਕ ਕਰਜ਼ਿਆਂ ਦੀ ਗੱਲ ਆਪਾਂ ਬਾਰ-ਬਾਰ ਕਰਦੇ ਪਏ ਹਾਂ। ਸੰਨ 2014 ਤੋਂ ਬੀਜੇਪੀ ਗਵਰਨਮੈਂਟ ਇਸ ਵਕਤ ਸੈਂਟਰ 'ਚ ਬੈਠੀ ਹੈ, ਸੈਕਿੰਡ ਟਰਮ ਉਹਦੀ ਕੰਪਲੀਟ ਹੋ ਗਈ ਹੈ ਤੇ ਥਰਡ ਟਰਮ ਵਾਸਤੇ ਵੀ ਅਪਰੋਚ ਕੀਤੀ ਜਾ ਰਹੀ ਹੈ ਕਿ ਅਸੀਂ ਤੀਸਰੀ ਵਾਰ ਵੀ ਜਿੱਤ ਕੇ ਸਥਾਪਿਤ ਹੋ ਜਾਈਏ, ਤੀਸਰੀ ਵਾਰ ਵੀ ਸਾਡੀ ਸਰਕਾਰ ਹੀ ਬਣੇ ਸੈਂਟਰ ਦੇ ਵਿੱਚ। ਬੀਜੇਪੀ ਪੂਰੀ ਜੀ ਜਾਨ ਨਾਲ ਲੱਗੀ ਹੋਈ ਹੈ, ਜੀ ਤੋੜ ਕੇ ਮਿਹਨਤ ਕਰਦੀ ਪਈ ਹੈ ਇਸ ਦੇ ਲਈ। ਸੋ ਇੱਕ ਗੱਲ ਸਾਨੂੰ ਦੱਸੋ ਕਿ ਸੰਨ 2014 ਤੋਂ ਪਹਿਲਾਂ ਭਾਰਤ ਦੇ ਉੱਤੇ ਕਿੰਨਾ ਕਰਜ਼ਾ ਸੀ ਤੇ ਸੰਨ 2014 ਤੋਂ ਲੈ ਕੇ ਸੰਨ 2022 ਤੱਕ ਇਹ 8-9 ਸਾਲ ਜੋ ਬੀਤੇ ਨੇ, ਅਗਰ ਤੁਹਾਡੇ ਕੋਲ ਫਿਗਰਸ ਹੈਗੀਆਂ ਨੇ, ਇਹ ਕਰਜ਼ਾ ਕਿੰਨਾ ਵੱਧ ਗਿਆ, ਕਿੰਨਾ ਮਲਟੀਪਲ ਹੋ ਚੁੱਕਾ ਹੈ? ਦੇਖੋ ਜੀ, ਜਦੋਂ 2014 ਦੇ ਵਿੱਚ ਮੋਦੀ ਸਾਹਿਬ ਦੀ ਸਰਕਾਰ ਆਈ ਹੈ, ਉਸ ਵੇਲੇ ਕਰਜ਼ਾ ਸਾਡੇ ਉੱਤੇ 100 ਲੱਖ ਕਰੋੜ, ਸਾਡੇ ਕੋਲ 55 ਲੱਖ ਕਰੋੜ ਤੋਂ ਘੱਟ ਸੀ ਜੀ। ਅੱਜ ਦੀ ਤਰੀਕ ਦੇ ਵਿੱਚ ਮੈਨੂੰ ਐਗਜ਼ੈਕਟ ਜੋ ਲੱਗਦਾ 52 ਲੱਖ ਕਰੋੜ ਰੁਪਈਆ ਉਸ ਵੇਲੇ ਸੀਗਾ। ਅੱਜ ਦੀ ਤਰੀਕ ਤੱਕ ਯਾਨੀ 31 ਮਾਰਚ 2022 ਤੱਕ ਸਾਡੇ ਉੱਤੇ ਕਰਜ਼ਾ 155 ਲੱਖ ਕਰੋੜ ਦਾ ਹੋਣ ਜਾ ਰਿਹਾ, ਜਿਹਦਾ ਮਤਲਬ ਹੈ ਸਰਕਾਰ ਨੇ 102 ਲੱਖ ਕਰੋੜ ਰੁਪਈਆ ਪਿਛਲੇ 8-9 ਸਾਲਾਂ ਦੇ ਵਿੱਚ ਕਰਜ਼ਾ ਲਿੱਤਾ ਹੈ। ਇਹ 31 ਮਾਰਚ 2023 ਤੱਕ ਜੋ ਹੋਣ ਜਾ ਰਿਹਾ ਹੈ। ਹਾਂਜੀ, 31 ਮਾਰਚ ਤੱਕ, ਕਿਉਂਕਿ ਇਹ ਕਰਜ਼ੇ ਦੀ ਫਿਗਰ ਆ ਜਾਂਦੀ ਹੈ ਜੀ, ਪਹਿਲਾਂ ਆ ਜਾਂਦੀ ਹੈ ਬਜਟ ਦੇ ਵਿੱਚ। ਐਤਕੀ ਜਦੋਂ ਹੁਣ ਅਸੀਂ ਦੇਖਦੇ ਹਾਂ, ਐਤਕੀ ਸਰਕਾਰ 17 ਲੱਖ ਕਰੋੜ ਰੁਪਈਆ ਹੋਰ ਲੈਣ ਲੱਗੀ ਹੈ। ਇਹਦਾ ਮਤਲਬ ਹੈ ਅਸੀਂ 170 ਲੱਖ ਕਰੋੜ ਦਾ ਕਰਜ਼ਾ ਲੈਣ ਜਾ ਰਹੇ ਹਾਂ। 2024 ਤੱਕ ਸਾਡਾ ਕਰਜ਼ਾ ਵੱਧ ਕੇ ਸਿਰਫ ਕੇਂਦਰ ਸਰਕਾਰ ਦਾ 170 ਲੱਖ ਕਰੋੜ ਹੋ ਜਾਏਗਾ। ਇਸ ਤੋਂ ਇਲਾਵਾ ਜਿਹੜੀਆਂ ਸੂਬਾਈ ਸਰਕਾਰਾਂ ਨੇ ਉਹਨਾਂ ਦੇ ਆਪਣੇ ਕਰਜ਼ੇ ਨੇ, ਜਿਹੜੀਆਂ ਐਕਸਟਰਾ ਬਜਟਰੀ ਰਿਸੋਰਸਿਸ ਹੁੰਦੇ ਨੇ, ਜਿਸ ਤਰ੍ਹਾਂ ਫੂਡ ਕਾਰਪੋਰੇਸ਼ਨ ਆਫ ਇੰਡੀਆ, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ, ਇਹਨਾਂ ਦੇ ਕਰਜ਼ੇ ਅੱਡ ਹੁੰਦੇ ਨੇ। ਅਸੀਂ ਜੇ ਉਹਨਾਂ ਨੂੰ ਵੀ ਇਨਕਲੂਡ ਕਰ ਲੈਂਦੇ, ਕਿਉਂਕਿ ਉਹ ਬਜਟ 'ਚ ਨਹੀਂ ਆਉਂਦੇ, ਸਰਕਾਰਾਂ ਚਲਾਕੀ ਕਰਦੀਆਂ ਨੇ, ਉਹਨਾਂ ਨੂੰ ਅੱਡ ਚੁਕਵਾਉਂਦੀਆਂ ਨੇ ਕਰਜ਼ਿਆਂ ਨੂੰ। ਤਾਂ ਜੇ ਅਸੀਂ ਉਹ ਵੀ ਕਰ ਲਈਏ ਤਾਂ ਸਾਡਾ ਜਿਹੜਾ ਟੋਟਲ ਕਰਜ਼ਾ ਹੈ ਤਕਰੀਬਨ 200 ਲੱਖ ਕਰੋੜ ਤੋਂ 250 ਲੱਖ ਕਰੋੜ ਤੱਕ ਚਲਾ ਜਾਂਦਾ। ਮਾਈ ਗॉड, ਇੰਨਾ ਕਰਜ਼ਾ ਸਾਡੇ ਸਿਰਾਂ ਤੇ ਚੜਿਆ ਹੋਇਆ ਤੇ ਪਰ ਇਨਸਾਨ, ਪਰ ਸਿਟੀਜ਼ਨ ਜੋ ਇੰਡੀਆ ਦਾ, ਪਰ ਇੰਡੀਅਨ ਤੇ ਫਿਰ ਹਜ਼ਾਰਾਂ ਲੱਖਾਂ 'ਚ ਹੀ ਹੋਏਗਾ ਇੱਕ ਬੰਦੇ ਦੇ ਉੱਤੇ ਇੰਨਾ ਕਰਜ਼ਾ। ਜੇ ਅਸੀਂ ਇਹਨੂੰ ਪ੍ਰੋਪਰ ਵੰਡ ਕੇ ਦੇਖੀਏ ਤਾਂ ਹਰ ਬੰਦਾ ਕਰਜ਼ਾਈ ਹੈ ਔਰ ਬਹੁਤ ਮਤਲਬ ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਹਾਂ ਵਾਲ-ਵਾਲ ਕਰਜ਼ੇ 'ਚ ਬੰਨਿਆ ਪਿਆ ਉਹਦਾ। ਐਮ ਆਈ ਰਾਈਟ ਸਰ? ਬਿਲਕੁਲ ਠੀਕ ਹੈ ਜੀ ਖੰਨਾ ਸਾਹਿਬ। ਮੈਂ ਕੱਲ ਅੰਦਾਜ਼ਾ ਲਾ ਰਿਹਾ ਸਾਂ ਬੈਠ ਕੇ, ਜਿਸ ਤਰ੍ਹਾਂ ਦੀਆਂ ਫਿਗਰਸ ਸਰਕਾਰ ਨੇ ਇਸ ਵਾਰ ਬਜਟ ਦੇ ਵਿੱਚ ਦਿੱਤੀਆਂ, 1 ਰੁਪਈਏ ਦੇ ਵਿੱਚੋਂ 39 ਤੋਂ 40 ਪੈਸੇ ਜਿਹੜੇ ਨੇ ਸਰਕਾਰ ਜੇ ਮਾਲੀਆ ਖੱਟਦੀ ਹੈ, ਜੇ 1 ਰੁਪਈਆ ਸਰਕਾਰ ਕਮਾਉਂਦੀ ਹੈ ਤਾਂ ਉਹਦੇ ਚੋਂ 40 ਪੈਸੇ ਜਿਹੜੇ ਨੇ ਉਹ ਸਿਰਫ ਕਰਜ਼ੇ ਦੀ ਅਦਾਇਗੀ ਦੇ ਲਈ ਜਾਂਦੇ ਆ। ਔਰ 2014 ਦੇ ਵਿੱਚ ਜਿਹੜੇ ਕਰਜ਼ੇ ਲਿੱਤੇ ਸੀ, ਕਿਉਂਕਿ ਉਹ 10 ਸਾਲ ਦੀ ਮਿਆਦ ਸੀ ਉਹਨਾਂ ਦੀ, ਉਹ ਹੁਣ 2023-24 ਚ ਖਤਮ ਹੋ ਰਹੇ ਆ। ਉਹ ਅਲੱਗ ਉਹਨਾਂ ਦੀ ਜਿਹੜਾ ਮੂਲ ਜਿਹੜਾ ਅਮਾਉਂਟ ਹੈ, ਉਹ ਪ੍ਰਿੰਸੀਪਲ ਅਮਾਉਂਟ ਜਿਹੜਾ ਹੈ ਉਹ ਵਾਪਸ ਦੇਣਾ ਪਏਗਾ। ਵਿਆਜ ਤਾਂ ਦੇਣਾ ਹੀ ਦੇਣਾ, ਪ੍ਰਿੰਸੀਪਲ ਅਮਾਉਂਟ ਵੀ ਵਾਪਸ ਦੇਣਾ ਪਏਗਾ। ਉੱਤੋਂ 17 ਲੱਖ ਕਰੋੜ ਦਾ ਅਸੀਂ ਹੋਰ ਨਵਾਂ ਕਰਜ਼ਾ ਲੈ ਰਹੇ ਹਾਂ। ਸੋ ਇੱਕ ਲਾਸਟ ਕੁਐਸਚਨ ਇਹਦੇ ਵਿੱਚ ਇਹ ਹੈ ਕਿ ਬਰੀਫ ਮੈਨੂੰ ਆਨਸਰ ਦੇ ਦਿਓ ਇਹਦਾ ਕਿ ਸਰਕਾਰ ਨੇ ਕੀ ਕੀਤਾ ਹੈ। ਉਹ ਤਾਂ ਅਸੀਂ ਗੱਲ ਹੋ ਗਈ, ਕਲੀਅਰ ਹੋ ਗਈ, ਕੀ ਕਰਨਾ ਚਾਹੀਦਾ ਸੀ ਜੋ ਨਹੀਂ ਕੀਤਾ। ਇੱਕ ਬਰੀਫ ਆਨਸਰ ਦੇ ਦਿਓ, ਦੈਨ ਵੀ ਵਿਲ ਵਾਈਂਡ ਅਪ। ਮੈਨੂੰ ਇਦਾਂ ਲੱਗਦਾ ਖੰਨਾ ਸਾਹਿਬ ਵੀ ਸਰਕਾਰ ਜਿੱਥੇ ਸਰਕਾਰ ਦੀ ਚੂਕ ਹੋਈ ਹੈ, ਸਰਕਾਰ ਨੂੰ ਵੈਲਥ ਟੈਕਸ ਲਾਉਣਾ ਚਾਹੀਦਾ ਸੀ, ਵੈਲਥ ਔਰ ਇਨਹੈਰੀਟੈਂਸ ਟੈਕਸ। ਜਿਹੜੇ ਲੋਕ ਰਈਸ ਹੈ, ਜਿਹੜੇ ਲੋਕਾਂ ਦੇ ਬਾਰੇ ਆਕਸਫਾਮ ਨੇ ਕਿਹਾ, ਵਰਲਡ ਬੈਂਕ ਨੇ ਕਿਹਾ, ਸਾਡੇ ਆਪਣੀਆਂ ਰਿਪੋਰਟਾਂ ਨੀਤੀ ਆਯੋਗ ਤੱਕ ਕਹਿ ਰਿਹਾ ਬਈ ਰਿਚ ਦੇ ਉੱਤੇ ਟੈਕਸ ਜਿਹੜਾ ਉਹਨਾਂ ਦੀ ਸੰਪਤੀ ਦੇ ਉੱਤੇ ਕਰ ਲਾਉਂਦੇ, ਸੰਪਤੀ ਦੇ ਉੱਤੇ ਟੈਕਸ ਲੱਗਦਾ, ਉਸ ਟੈਕਸ ਨੂੰ ਸਰਕਾਰ ਅਰਜਿਤ ਕਰਦੀ। ਤੁਹਾਨੂੰ ਬੋਰੋ ਕਰਨ ਦੀ ਲੋੜ ਨਹੀਂ ਸੀ। ਉਸ ਪੈਸੇ ਨੂੰ ਤੁਸੀਂ ਲੋਕਾਂ ਦੇ ਉੱਤੇ ਖਰਚੋ, ਪਿੰਡੂ ਵਿਕਾਸ ਦੇ ਉੱਤੇ ਖਰਚੋ। ਪਿੰਡਾਂ ਵਾਲੀ ਜਿੱਥੇ ਸਮੱਸਿਆ ਹੈ, ਸਮੱਸਿਆ ਦੀ ਜੜ ਜਿਹੜੀ ਉਹ ਪਿੰਡਾਂ ਦੇ ਵਿੱਚ ਹੈ, ਪਿੰਡਾਂ ਦੇ ਵਿੱਚੋਂ ਨਹੀਂ ਡਿਮਾਂਡ ਆ ਰਹੀ, ਤੁਸੀਂ ਮੰਗ ਉੱਥੋਂ ਜਨਰੇਟ ਕਰੋ। ਮਨਰੇਗਾ ਦੇ ਵਿੱਚ ਹੋਰ ਪੈਸਾ ਦਿੰਦੇ, PM ਕਿਸਾਨ ਦੇ ਵਿੱਚ ਹੋਰ ਪੈਸਾ ਦਿੰਦੇ, ਲੋਕਾਂ ਦੇ ਹੱਥਾਂ 'ਚ ਪੈਸਾ ਦਿੰਦੇ। ਉਹ ਸਰਕਾਰ ਨੇ ਛੱਡਤਾ। ਵੈਸੇ ਵੀ ਆਪਾਂ ਦੇਖੀਏ ਨਾ, ਕਾਰਪੋਰੇਟ ਟੈਕਸ ਲੱਗਦਾ 22% ਦੇ ਦਰ ਤੇ ਇਨਕਮ ਟੈਕਸ ਲੱਗਦਾ 30% ਦੀ ਦਰ ਤੇ।
ਤੁਸੀਂ ਲੋਕਾਂ ਨੂੰ ਇੰਡੀਵਿਜੂਅਲ ਟੈਕਸ ਜਿਹੜਾ 30% ਤੇ ਲਾਉਂਦੇ ਹੋ, ਕਾਰਪੋਰੇਟ ਟੈਕਸ ਤੁਸੀਂ 22% ਤੇ ਲਾਉਂਦੇ ਹੋ। ਤੁਸੀਂ ਕਾਰਪੋਰੇਟ ਨੂੰ ਛੋਟਾ ਤੇ ਛੋਟਾ ਦੇਈ ਜਾਂਦੇ ਹੋ, ਉਸ ਤੋਂ ਬਾਅਦ ਉਹਨਾਂ ਨੂੰ ਇਨਪੁਟ ਟੈਕਸ ਕ੍ਰੈਡਿਟ ਦੇ ਦਿੰਦੇ ਹੋ। ਜੀਐਸਟੀ ਦੀ ਪ੍ਰਣਾਲੀ ਦੇ ਵਿੱਚ ਤੁਸੀਂ ਉਹਨਾਂ ਨੂੰ ਇਨਪੁਟ ਟੈਕਸ ਕ੍ਰੈਡਿਟ, ਜੋ ਟੈਕਸ ਦਿੱਤਾ ਉਹ ਵੀ ਜੀਐਸਟੀ ਦਾ ਵਾਪਸ ਮੁੜ ਜਾਂਦਾ। ਤੁਸੀਂ ਮੈਨੂਫੈਕਚਰਿੰਗ ਸੈਕਟਰ ਨੂੰ ਜਾਂ ਸਰਵਿਸ ਸੈਕਟਰ ਨੂੰ ਜਿੱਦਾਂ ਦੀ ਹੈਲਪ ਕੀਤੀ ਹੈ, ਉਦਾਂ ਲੋਕਾਂ ਦੀ ਹੈਲਪ ਦੀ ਵੀ ਆਉਂਦੇ, ਉਹਦੇ ਲਈ ਰਿਚ ਦੇ ਉੱਤੇ ਟੈਕਸ ਲਾਉਂਦੇ, ਉਹਨੂੰ ਪੈਸੇ ਨੂੰ ਲੈ ਕੇ ਪੂਅਰ ਦੇ ਉੱਤੇ ਖਰਚਦੇ, ਪਿੰਡਾਂ ਦੇ ਵਿੱਚ ਪੈਸਾ ਖਰਚਦੇ, ਜਿੱਥੇ ਜੋ ਇੱਕ ਕਲਿਆਣਕਾਰੀ ਸਰਕਾਰ ਦਾ ਅਸੀਂ ਐਕਸਪੈਕਟ ਕਰਦੇ ਹਾਂ ਵੀ ਕਲਿਆਣਕਾਰੀ ਇੱਕ ਵੈਲਫੇਅਰ ਮਾਡਲ ਦੇ ਵਿੱਚ ਜਾਂ ਵੈਲਫੇਅਰ ਸਟੇਟ ਦੇ ਵਿੱਚ ਜੋ ਹੋਣਾ ਚਾਹੀਦਾ। ਅਗਰ ਤੁਸੀਂ ਆਨਸਰ ਦੇਣਾ ਚਾਹੋ ਇਸ ਸਵਾਲ ਦਾ ਜੋ ਮੈਂ ਪੁੱਛਣ ਜਾ ਰਿਹਾ, ਕਿਉਂ ਨਹੀਂ ਲਗਾਉਂਦੇ ਰਿਚ ਦੇ ਉੱਤੇ ਟੈਕਸ, ਬਿਜ਼ਨਸ ਹਾਊਸ ਦੇ ਟੈਕਸ, ਕਾਰਪੋਰੇਟ ਹਾਊਸ ਦੇ ਟੈਕਸ, ਅਮੀਰ ਲੋਕਾਂ ਦੇ ਉੱਤੇ ਟੈਕਸ ਕਿਉਂ ਨਹੀਂ ਲਗਾਉਂਦੀ ਸਰਕਾਰ? ਖੰਨਾ ਸਾਹਿਬ ਇਹ ਲਾਉਣਾ ਸ਼ੁਰੂ ਹੋ ਗਏ, ਸਾਡੇ ਵੀ ਲੱਗਦਾ ਸੀ 2015 ਤੱਕ, ਸਾਡੇ ਵੀ ਲੱਗਦਾ ਰਿਹਾ, ਔਰ ਅਮਰੀਕਾ ਦੇ ਵਿੱਚ ਵੀ ਇਹ ਲੱਗ ਗਿਆ। ਪਿਛਲੇ ਸਾਲ ਤੋਂ ਅਮਰੀਕਾ ਨੇ ਵੀ ਇਸ ਚੀਜ਼ ਨੂੰ ਲਾ ਲਿਆ। ਹਿੰਦੁਸਤਾਨ ਦੀ ਸਰਕਾਰ ਕਿਉਂ ਕਤਰਾ ਰਹੀ ਹੈ ਇਹਨੂੰ ਲਾਉਣ ਤੋਂ, ਜਾਂ ਇਹਦੇ ਬਾਰੇ ਗੱਲ ਵੀ ਕਰਦਾ ਨਹੀਂ ਕੋਈ ਵੀ? ਤੁਸੀਂ ਦੇਖੋ ਵਿਰੋਧੀ ਧਿਰਾਂ ਵੀ ਇਹਦੇ ਬਾਰੇ ਗੱਲ ਨਹੀਂ ਕਰਦੀ, ਕਦੇ ਕਿਸੇ ਵਿਰੋਧੀ ਧਿਰ ਨੇ ਇਹ ਗੱਲ ਨਹੀਂ ਕੀਤੀ ਵੀ ਵੈਲਥ ਟੈਕਸ ਨੂੰ ਤੁਸੀਂ ਕਿਉਂ ਨਹੀਂ ਲਾਉਂਦੇ। ਤਾਂ ਇਹ ਚੀਜ਼ ਜਿਹੜੀ ਹੈ ਮੈਨੂੰ ਲੱਗਦਾ ਜ਼ਰੂਰ ਕੋਈ ਪੋਲੀਟੀਕਲ ਇਦਾਂ ਦੇ ਇਹਨਾਂ ਦੇ ਮਸਲੇ ਹੋਣੇ ਆ ਜਿਹਦੇ ਕਰਕੇ ਕੋਈ ਵੀ ਵੈਲਥ ਟੈਕਸ ਦੀ ਗੱਲ ਨਹੀਂ ਕਰਦਾ, ਰਈਸਾਂ ਦੇ ਉੱਤੇ ਟੈਕਸ ਲਾਉਣ ਦੀ ਗੱਲ ਹੀ ਨਹੀਂ ਕਰਦਾ। ਪੋਲੀਟੀਕਲ ਕੰਪਲਸ਼ਨਸ ਨੇ, ਸ਼ਾਇਦ ਕੁਝ ਮਜਬੂਰੀਆਂ ਨੇ ਰਾਜਨੀਤਿਕ, ਸ਼ਾਇਦ ਲੋਕਾਂ ਨੂੰ ਇਸ਼ਾਰਾ ਕਾਫੀ ਹੈ। ਫਿਰ ਵੀ ਅਸੀਂ ਲੋਕਾਂ ਨੂੰ ਕਹਾਂਗੇ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬਾਕਸ ਕਰੋ ਇਸ ਮੈਟਰ ਦੇ ਉੱਤੇ ਕਿ ਰਿਚ ਲੋਕਾਂ ਦੇ ਉੱਤੇ ਟੈਕਸ ਕਿਉਂ ਨਹੀਂ ਲਗਾਉਂਦੀ ਗਵਰਨਮੈਂਟ, ਤਾਂ ਕਿ ਉਹ ਪੈਸਾ ਇਕੱਠਾ ਹੋ ਕੇ ਪੂਅਰ ਲੋਕਾਂ ਦੇ ਉੱਤੇ ਖਰਚਿਆ ਜਾ ਸਕੇ, ਉਹਨਾਂ ਦੇ ਕੰਮ ਆ ਸਕੇ। ਰਾਜੀਵ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਅਸੀਂ ਇਸ ਸੈਸ਼ਨ ਦੇ ਵਿੱਚ ਜੋ ਨਵਾਂ ਬਜਟ ਆਇਆ ਉਹਦੇ ਬਾਰੇ ਗੱਲਬਾਤ ਕੀਤੀ ਹੈ। ਹੋਰ ਵੀ ਇਹਦੀਆਂ ਪਰਤਾਂ ਖੋਲਾਂਗੇ ਅਗਲੇ ਹੋਰ ਐਪੀਸੋਡਸ ਦੇ ਨਾਲ, ਜੋ ਅਸੀਂ ਤੁਹਾਡੇ ਨਾਲ ਕਰਾਂਗੇ ਜ਼ਰੂਰ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਰਾਜੀਵ ਜੀ। ਸਰ ਥੈਂਕ ਯੂ ਜੀ। ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਸਾਡਾ ਚੈਨਲ ਪੰਜਾਬ ਮਿਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।